गुरु नानक अंगद गुरु अमरदास पद बंदा। रामदास अर्जुन गुरु वर श्री हर गोबिंद। हर राय हर कृष्ण गुर तेग बहादुर चंद। दसवें गोबिंद सिंह गुर नमो चरण अरविंद। या मह अमृत ज्ञान है मानक भगत बैराग। श्री गुरु ग्रंथ साहिब उदद बंदो कर अनुराग। श्री गुर शब्द कमाए जिन जीते पंच विकार। तिन संतन को बंदना सिर चरणन पर तार। कहाँ बुद्ध प्रभ तुच्छ हमारी वर्ण सकह महिमा जो तिहारी। हम न सकत कर सिफत तुम्हारी आप लिहो तुम कथा सुधारी। फिरत फिरत प्रभ आया परया तो सरनाए। नानक की प्रभ बेनती अपनी भगति लाए। सुकहो टल गुर सेविया अहनस सहज सुभाए। दर्शन परसया गुरु कै जन्म मरण दुख जाए। सतनाम श्री वाहिगुरु साहिब जी का भई। पानी पीवे रह न कोई तिम संकट कर तुम कोई। भयो शराब सुन कै पछतायो बहुरो केतक काल बतायो। चौबई पानी पीवा है न कोई। वाहिगुरु जी का खालसा वाहिगुरु जी की फतेह। परम सत्कारयोग सतगुरां दी साजी नवाजी गुरु प्यारी गुरु सवारी गुरु खालसा साध संगत जी। अकाल पुरख वाहिगुरु जी दी अपार किरपा रहमत हो रही है। सतगुरु जी दी मेहर दा सदका गुरुद्वारा शहीद बाबा निहाल सिंह जी, संत बाबा हरनाम सिंह जी, तिन्हां सचखंड वासी महापुरखों की पवित्र कर्म भूमि के उत्ते तपो अस्थान के उत्ते नगर तल्लण विखे गरीब नवाज पातशाह धन श्री गुरु ग्रंथ साहिब महाराज जी के चरणों विच जुड़ बैठण का सुभाग प्राप्त हो रहा है।
ਰਹਿਮਤਾਂ ਦੇ ਦਾਤੇ ਨਿਥਾਵਿਆਂ ਦੇ ਥਾਵ ਪਤਿਤ ਪਾਵਨ ਕਰੁਣਾ ਨਿਧਾਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਕਿਰਪਾ ਕਰਕੇ ਸਾਨੂੰ ਆ ਸਮਾਂ ਬਖਸ਼ਿਆ। ਅੱਜ ਹਫ਼ਤਾਵਾਰੀ ਦੀਵਾਨ ਦੇ ਵਿੱਚ ਆਪ ਸਮੂਹ ਦੇਸ਼ ਵਿਦੇਸ਼ ਦੀਆਂ ਸੰਗਤਾਂ ਵਿਸ਼ੇਸ਼ ਕਰਕੇ ਹਾਜ਼ਰੀ ਭਰ ਰਹੇ ਹੋ ਔਰ ਰੂਟੀਨ ਦੇ ਵਿੱਚ ਹਾਜ਼ਰੀ ਭਰਨ ਵਾਲੀਆਂ ਸੰਗਤਾਂ ਆਪ ਸਭ ਨੂੰ ਪਤਾ ਹੈ ਕਿ ਸਤਿਗੁਰੂ ਜੀ ਦੇ ਇਸ ਪਵਿੱਤਰ ਅਸਥਾਨ ਦੇ ਉੱਤੇ ਜਿੱਥੇ ਕਥਾ ਦੇ ਪ੍ਰਵਾਹ ਕੀਰਤਨ ਦੇ ਪ੍ਰਵਾਹ ਰਾਗੀ ਢਾਡੀ ਕਵੀਸ਼ਰ ਸਿੰਘ ਆਪੋ ਆਪਣੀ ਹਾਜ਼ਰੀ ਭਰ ਕੇ ਜਾਂਦੇ ਹੈ, ਉੱਥੇ ਨਿਤਾ ਪ੍ਰਤੀ ਸਤਿਗੁਰਾਂ ਦੇ ਗੁਰ ਇਤਿਹਾਸ ਦੀ ਕਥਾ ਸਤਿਗੁਰੂ ਦੇ ਸਰਗੁਣ ਸਰੂਪ ਦੀ ਕਥਾ ਇਸ ਅਸਥਾਨ ਦੇ ਉੱਤੇ ਲਗਾਤਾਰ ਹੋ ਰਹੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਬੈਠ ਕੇ ਗੁਰ ਇਤਿਹਾਸ ਦੀ ਕਥਾ ਬੇਅੰਤ ਸੰਗਤਾਂ ਜਿਹੜੀਆਂ ਰੋਜ਼ਾਨਾ ਸਰਵਣ ਕਰਦੀਆਂ, ਕੁਝ ਨਵੀਆਂ ਸੰਗਤਾਂ ਆਈਆਂ ਹੋਣਗੀਆਂ, ਇਸ ਕਰਕੇ ਥੋੜੀ ਜਿਹੀ ਭੂਮਿਕਾ ਬੰਨਣੀ ਪਵੇਗੀ ਤਾਂ ਕਿ ਸਾਰਿਆਂ ਨੂੰ ਸਾਖੀ ਦਾ ਪਛਾਣ ਤੋਂ ਪਤਾ ਲੱਗ ਜਾਵੇ। ਇਸ ਕਰਕੇ ਆਓ ਸਾਰੇ ਮਨ ਬਿਰਤੀਆਂ ਨੂੰ ਇਕਾਗਰ ਕਰੋ। ਇਹ ਕਥਾ ਦੀਆਂ ਸ਼ੈਲੀਆਂ ਪੁਰਾਤਨ ਸਮੇਂ ਤੋਂ ਹੀ ਪ੍ਰਚਲਿਤ ਹਨ। ਸਿਰਫ ਸਿੱਖ ਧਰਮ ਦੇ ਵਿੱਚ ਹੀ ਨਹੀਂ ਬਲਕਿ ਸਨਾਤਨ ਮਤ ਦੇ ਵਿੱਚ ਵੀ ਮਹਾਤਮਾ ਵੇਦ ਵਿਆਸ ਜੀ ਦੇ ਸਮੇਂ ਤੋਂ ਇਹ ਕਥਾ ਦੀ ਪਰੰਪਰਾ ਚੱਲੀ ਆ ਰਹੀ ਹੈ। 50-50, 60-60 ਹਜ਼ਾਰ ਵਿਦਿਆਰਥੀਆਂ ਨੂੰ ਮਹਾਤਮਾ ਵੇਦ ਵਿਆਸ ਨੇ ਪੜ੍ਹਾਉਣਾ, ਕਥਾ ਕਰਨੀ, ਵਾਹਿਗੁਰੂ ਦੀ ਉਸਤਤ ਕਰਨੀ ਔਰ ਗੁਰੂ ਘਰ ਦੇ ਵਿੱਚ ਇਹ ਪਰੰਪਰਾ ਪਹਿਲੇ ਪਾਤਸ਼ਾਹ ਤੋਂ ਹੀ ਵਿਸ਼ੇਸ਼ ਕਰਕੇ ਦਸਮ ਪਾਤਸ਼ਾਹ ਜੀ ਨੇ ਜਦੋਂ ਮਾਲਵੇ ਦੀ ਧਰਤੀ ਨੂੰ ਨਵਾਜਦਿਆਂ ਹੋਇਆ ਗੁਰੂ ਕੀ ਕਾਸ਼ੀ ਦਾ ਵਰ ਦਿੱਤਾ, 48 ਸਿੰਘਾਂ ਨੂੰ ਸੰਪੂਰਨ ਗੁਰਬਾਣੀ ਕੰਠੋਂ ਉਚਾਰਨ ਕਰਕੇ ਸਰਵਣ ਕਰਵਾਈ, ਸ਼ੁੱਧ ਪਾਠ ਸਿਖਾਇਆ ਅਤੇ ਨਾਲ ਹੀ ਇਸ ਪਾਵਨ ਪਵਿੱਤਰ ਗੁਰਬਾਣੀ ਦੇ ਅਰਥ ਵੀ ਸਤਿਗੁਰੂ ਜੀ ਨੇ ਸਿੰਘਾਂ ਨੂੰ ਪੜ੍ਹਾਏ। ਅਗਾਂਹ ਡਿਊਟੀਆਂ ਲਾਈਆਂ। ਲਓ ਬਾਬਾ ਦੀਪ ਸਿੰਘ ਜੀ, ਭਾਈ ਮਨੀ ਸਿੰਘ ਜੀ, ਇਹ ਜਿਹੜੇ ਕਥਾ ਦੇ ਅਰਥ ਤੁਸੀਂ ਪੜ੍ਹ ਲਏ ਐ, ਆ ਜਿਹੜੀ ਸ਼ੁੱਧ ਗੁਰਬਾਣੀ ਤੁਸੀਂ ਸਿੱਖੀ ਹੈ, ਇਹ ਅਗਾਂਹ ਵੀ ਸੰਗਤਾਂ ਨੂੰ ਪੜ੍ਹਾਇਓ। ਗੁਰੂ ਕੇ ਸਿੱਖ ਦਾ ਇਹ ਪਰਮ ਫਰਜ਼ ਵੀ ਬਣਦਾ ਹੈ। ਜੋ ਗੁਰੂ ਵੱਲੋਂ ਦਾਤ ਮਿਲੀ ਹੈ ਅਗਾਂਹ ਸੰਗਤਾਂ ਵਿੱਚ ਵੀ ਵਰਤਾਉਣੀ। ਨਾਮ ਬਾਣੀ ਦਾ ਛਿੱਟਾ ਸਤਿਗੁਰੂ ਜੀ ਨੇ ਆਪ ਦਿੱਤਾ ਤੇ ਨਾਲ ਹੁਕਮ ਕਰ ਗਏ ਕਿ ਗੁਰੂ ਕਾ ਸਿੱਖ ਕੈਸਾ ਹੋਵੇ, ਆਪ ਜਪੈ ਅਵਰਹ ਨਾਮ ਜਪਾਵੈ। ਆਪ ਨਾਮ ਜਪਣਾ, ਦੂਜਿਆਂ ਨੂੰ ਜਪਾਉਣਾ, ਆਪ ਕੀਰਤਨ ਕਰਨਾ, ਦੂਜਿਆਂ ਨੂੰ ਸਿਖਾਉਣਾ, ਆਪ ਗੁਰਬਾਣੀ ਪੜ੍ਹਨੀ, ਦੂਜਿਆਂ ਨੂੰ ਪੜ੍ਹਨ ਸਿਖਾਉਣਾ ਜਾਂ ਸੁਣਾਉਣਾ ਔਰ ਇਸੇ ਤਰ੍ਹਾਂ ਆਪ ਕਥਾ ਕਰਨੀ, ਸੰਗਤਾਂ ਨੂੰ ਸੁਣਾਉਣੀ, ਸੰਗਤਾਂ ਨੂੰ ਪੜ੍ਹਾਉਣੀ। 4 ਪ੍ਰਕਾਰ ਦੇ ਨਾਲ ਗੁਰੂ ਘਰ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਦਾ ਜਸ ਕੀਤਾ ਜਾਂਦਾ ਹੈ। ਇੱਕ ਤਾਂ 6ਵੇਂ ਪਾਤਸ਼ਾਹ ਜੀ ਤੋਂ ਆਰੰਭ ਹੋਈ ਪਰੰਪਰਾ ਢਾਡੀ ਕਲਾ, ਭਾਈ ਨੱਥਾ ਜੀ, ਭਾਈ ਅਬਦੁੱਲਾ ਜੀ ਗੁਰੂ ਘਰ ਦੇ ਪਹਿਲੇ ਢਾਡੀ, ਜਿਨ੍ਹਾਂ ਨੇ ਢੱਡ ਸਾਰੰਗੀ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਯੋਧਿਆਂ ਸੂਰਮਿਆਂ ਦੀਆਂ ਵਾਰਾਂ ਗਾਉਣ ਦਾ ਪ੍ਰਚਲਨ ਸ਼ੁਰੂ ਕੀਤਾ। ਅੱਜ ਵੀ ਬਹੁਤ ਢਾਡੀ ਜਥੇ ਹੈ, ਪਰ ਅਫਸੋਸ ਦੇ ਨਾਲ ਕਹਿਣਾ ਪੈਂਦਾ ਖਾਲਸਾ ਜੀ, ਪੁਰਾਤਨ ਢਾਡੀ ਕਲਾ ਵਿਰਲਿਆਂ ਦੇ ਕੋਲ ਹੈ, ਨਹੀਂ ਤਾਂ ਅੱਜ ਕੱਲ ਗੀਤ ਗਾਉਣ ਵਾਲਿਆਂ ਵਾਂਗੂ ਬਹੁਤੇ ਗਾਉਂਦੇ ਆ। ਢਾਡੀ ਵਾਰਾਂ, ਯੋਧਿਆਂ ਸੂਰਮਿਆਂ ਦੀਆਂ ਵਾਰਾਂ, ਉਹ ਗੱਲਾਂ ਬਹੁਤ ਪਿਛਾਂਹ ਚਲੀਆਂ ਗਈਆਂ। ਅੱਜ ਐਸਾ ਟ੍ਰੈਂਡ ਚੱਲਿਆ ਹੋਇਆ ਹੈ
ਵੀ ਜਿਵੇਂ ਗਾਉਣ ਵਾਲੇ ਗਾਇਕਾਂ ਦਾ ਸਿੰਗਲ ਟਰੈਕ ਗੀਤ ਆਉਂਦਾ ਹੈ, ਇਸ ਤਰ੍ਹਾਂ ਢਾਡੀ ਸਿੰਘ ਵੀ ਉਹ ਢੱਡ ਸਾਰੰਗੀ ਪੁਰਾਤਨ ਜਿਹੜੀ ਸੰਗੀਤ ਕਲਾ ਸੀ ਉਹਨੂੰ ਛੱਡ ਕੇ ਆਧੁਨਿਕ ਸਾਜ਼ਾਂ ਦੇ ਨਾਲ ਉਹ ਗਾਉਣ ਵਾਲਿਆਂ ਵਾਂਗੂ ਗੀਤ ਹੀ ਗਾਉਣ ਲੱਗ ਪਏ ਆ। ਢਾਡੀ ਕਲਾ ਵਿਰਲੇ ਵਿਰਲੇ ਗੁਰਮੁਖਾਂ ਦੇ ਕੋਲੇ ਹੈ, ਬਹੁਤ ਸਤਿਕਾਰ ਆ ਉਹਨਾਂ ਦਾ। ਔਰ ਦੂਸਰਾ ਕਵੀ ਜਨ ਕਵੀਸ਼ਰ, ਆਪ ਜੀ ਨੂੰ ਪਤਾ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਹਮੇਸ਼ਾ 52 ਕਵੀ ਰਹਿੰਦੇ, ਵੱਖ-ਵੱਖ ਭਾਸ਼ਾਵਾਂ ਦੇ ਵਿੱਚ, ਵੱਖ-ਵੱਖ ਛੰਦਾਂ ਦੇ ਵਿੱਚ ਪਿੰਗਲ ਦੇ ਹਿਸਾਬ ਦੇ ਨਾਲ ਉਹ ਕਵਿਤਾਵਾਂ ਕਵੀਸ਼ਰੀ ਉਚਾਰਨ ਕਰਦੇ, ਲਿਖਦੇ, ਕਲਗੀਆਂ ਵਾਲੇ ਪਾਤਸ਼ਾਹ ਨੂੰ ਸੁਣਾਉਂਦੇ। ਗੁਰੂ ਮਹਾਰਾਜ ਬਹੁਤ ਬਖਸ਼ਿਸ਼ਾਂ ਕਰਦੇ। ਪੌਂਟਾ ਸਾਹਿਬ ਦੀ ਧਰਤੀ ਉੱਤੇ ਵੀ ਔਰ ਇਸੇ ਤਰ੍ਹਾਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਵੀ ਔਰ ਜੀਵਨ ਪ੍ਰੇਮ ਸਤਿਗੁਰੂ ਜੀ ਨੇ ਹਰ ਇੱਕ ਦੀ ਕਲਾ ਦਾ ਮਾਣ ਸਨਮਾਨ ਕੀਤਾ। ਤੀਸਰਾ ਕੀਰਤਨ। ਕੀਰਤਨ ਦੀ ਪਰੰਪਰਾ ਵੀ ਇਹ ਬਹੁਤ ਪੁਰਾਤਨ ਹੈ, ਸਨਾਤਨ ਹੈ। ਗੁਰੂ ਘਰ ਵਿੱਚ ਪਹਿਲੇ ਕੀਰਤਨੀਏ ਭਾਈ ਮਰਦਾਨਾ ਜੀ, ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਆਪ ਰਬਾਬ ਬਖਸ਼ੀ, ਫਰੰਦੇ ਤੋਂ ਰਬਾਬ ਮੰਗਾ ਕੇ ਭਾਈ ਮਰਦਾਨਾ ਜੀ ਦੇ ਹੱਥ ਥਮਾ ਕੇ ਆਖਿਆ, ਮਰਦਾਨਿਆ ਰਬਾਬ ਦਾ ਰਾਗ ਛੇੜ, ਬਾਣੀ ਆਈ ਹੈ। ਕਿਉਂਕਿ ਸਤਿਗੁਰੂ ਜੀ ਬਾਣੀ ਲਿਖਦੇ ਨਹੀਂ ਸੀ। ਸਤਿਗੁਰੂ ਜੀ ਬਾਣੀ ਆਮ ਗੀਤਕਾਰਾਂ ਵਾਂਗੂ, ਕਵੀਆਂ ਵਾਂਗੂ ਕਵਿਤਾ ਲਿਖਦੇ ਨਹੀਂ ਸੀ। ਉਹ ਧੁਰ ਦਰਗਾਹ ਤੋਂ ਆਉਂਦੀ ਸੀ। ਜੋ ਧੁਰ ਦਰਗਾਹ ਤੋਂ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਗਿਆਨ ਨਾਜ਼ੁਲ ਹੁੰਦਾ, ਨਿਰਮਲ ਹਿਰਦਿਆਂ ਦੇ ਵਿੱਚ ਵਾਹਿਗੁਰੂ ਵੱਲੋਂ ਇਲਾਹੀ ਇਲਹਾਮ ਉਤਰਦਾ, ਉਸ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਖਿਆ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਇਹ ਧੁਰ ਦਰਗਾਹ ਤੋਂ ਬਾਣੀ ਆਉਂਦੀ ਸੀ। ਦੁਨਿਆਵੀ ਲੇਖਕਾਂ ਦੀਆਂ ਲਿਖੀਆਂ ਹੋਈਆਂ ਕਵਿਤਾਵਾਂ ਨਹੀਂ ਹਨ। ਲੋਕ ਜਾਣਨਾ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ, ਜੋ ਕਾਸੀ ਉਪਦੇਸ਼ ਹੋਏ ਮਾਨ ਸਮਰਤੀ ਬਾਰ। ਸੋ ਕੀਰਤਨ ਦੀ ਪਰੰਪਰਾ ਭਾਈ ਮਰਦਾਨਾ ਜੀ ਤੋਂ ਗੁਰੂ ਘਰ ਵਿੱਚ ਆਰੰਭ ਹੋਈ। ਅੱਜ ਬੇਅੰਤ ਕੀਰਤਨੀ ਜਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਲੈ ਕੇ ਸਮੁੱਚੇ ਗੁਰਦੁਆਰਿਆਂ ਗੁਰਧਾਮਾਂ ਦੇ ਵਿੱਚ, ਦੇਸ਼ ਵਿਦੇਸ਼ ਦੇ ਵਿੱਚ ਇਹ ਕੀਰਤਨ ਦੀ ਸੇਵਾ ਨਿਭਾਉਂਦੇ। ਪਰ ਕੀਰਤਨ ਦੀ ਪਰੰਪਰਾ ਸਨਾਤਨ ਸਮੇਂ ਤੋਂ ਨਾਰਦ ਮੁਨੀ ਕੀਰਤਨ ਕਰਦਾ, ਹੱਥ ਦੇ ਵਿੱਚ ਹਮੇਸ਼ਾ ਨਾਰਦ ਮੁਨੀ ਨੇ ਉਹ ਆਪਣਾ ਸਾਜ਼, ਇੱਕ ਤਾਰਾ ਜਿਹੜਾ ਉਹਦੇ ਹੱਥ ਵਿੱਚ ਫੜਿਆ ਹੁੰਦਾ, ਵੀਣਾ, ਉਹ ਆਪਣੇ ਕੋਲ ਰੱਖਣੀ ਤੇ ਹਮੇਸ਼ਾ ਹੀ ਉਹ ਵਜਾ ਕੇ ਵਾਹਿਗੁਰੂ ਦਾ ਗੁਣਗਾਨ ਕਰਦਾ ਰਹਿੰਦਾ, ਆਪਣੇ ਆਨੰਦ ਵਿੱਚ ਰਹਿੰਦਾ ਹੈ। ਇਧਰ ਭਗਵਾਨ ਸ਼ਿਵ ਜੀ ਵੀ ਘੱਟ ਨਹੀਂ, ਉਹਨਾਂ ਨੇ ਵੀ ਹੱਥ ਦੇ ਵਿੱਚ ਢੱਡ, ਉਹਨਾਂ ਨੇ ਆਪਣਾ ਡਮਰੂ ਰੱਖਿਆ ਹੋਇਆ, ਉਹ ਵੀ ਵਾਹਿਗੁਰੂ ਪਰਮੇਸ਼ਰ ਦੀ ਉਸਤਤ ਕਰਦੇ ਆ ਕਿ ਹੇ ਵਾਹਿਗੁਰੂ, ਜਿਹੜੀ ਡਿਊਟੀ ਤੂੰ ਮੈਨੂੰ ਦੁਨੀਆ ਦੇ ਸੰਘਾਰ ਕਰਨ ਦੀ, ਲੋਕਾਂ ਦਾ ਅੰਤ ਕਰਨ ਦੀ ਦਿੱਤੀ ਹੈ, ਇਹ ਡਿਊਟੀ ਨਿਭਾਉਂਦਿਆਂ ਮੇਰੇ ਕੋਲੋਂ ਕੋਈ ਕੁਤਾਹੀ ਨਾ ਹੋ ਜਾਵੇ। ਵਾਹਿਗੁਰੂ ਦੇ ਭਾਣੇ ਵਿੱਚ ਰਹਿ ਕੇ ਭਗਵਾਨ ਸ਼ਿਵ ਵੀ ਇਹ ਵਾਹਿਗੁਰੂ ਦਾ ਜਸ ਕਰਦੇ ਹੋਏ ਆਪਣਾ ਸਮਾਂ ਬਤੀਤ ਕਰਦੇ। ਸੋ ਪ੍ਰੇਮੀਓ, ਗੁਰ ਇਤਿਹਾਸ ਦੀ ਕਥਾ ਜੋ ਇਸ ਅਸਥਾਨ ਦੇ ਉੱਤੇ ਚੱਲ ਰਹੀ ਹੈ, ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਚੂੜਾਮਣੀ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦਾ ਲਿਖਿਆ ਹੋਇਆ। ਪੁਰਾਤਨ ਸਮੇਂ ਵਿੱਚ ਔਰਤਾਂ ਦੇ, ਬੀਬੀਆਂ ਦੇ ਸਿਰ ਦੇ ਉੱਤੇ ਪਹਿਨਣ ਵਾਲਾ ਸ਼੍ਰੋਮਣੀ ਗਹਿਣਾ, ਜਿਹਨੂੰ ਚੂੜਾਮਣੀ ਕਿਹਾ ਜਾਂਦਾ ਸੀ, ਤੇ ਭਾਈ ਸੰਤੋਖ ਸਿੰਘ ਜੀ ਨੂੰ ਕਵੀਆਂ ਦੇ ਵਿੱਚੋਂ ਚੂੜਾਮਣੀ ਕਵੀ ਹੋਣ ਦਾ ਭਾਵ ਸਭ ਦੇ ਸਰਤਾਜ ਹੋਣ ਦਾ ਮਾਣ ਪ੍ਰਾਪਤ ਹੈ। ਔਰ ਕਾਵਿ ਪਰੰਪਰਾ ਵੀ ਭਗਵਾਨ ਵਾਲਮੀਕ ਜੀ ਤੋਂ ਆਰੰਭ ਹੋਈ, ਜਿਨ੍ਹਾਂ ਨੂੰ ਆਦਿ ਕਵੀ ਕਿਹਾ ਜਾਂਦਾ ਹੈ, ਜਿਨ੍ਹਾਂ ਨੇ ਕਾਵਿ ਰੂਪ ਦੇ ਵਿੱਚ ਰਾਮਾਇਣ ਦੀ ਰਚਨਾ ਕੀਤੀ। ਸੋ ਇਹ ਸਾਰੀਆਂ ਪੁਰਾਤਨ ਜਿਹੜੀਆਂ ਸ਼ੈਲੀਆਂ ਸਨ ਵਾਹਿਗੁਰੂ ਜੀ ਦੀ ਭਗਤੀ ਕਰਨ ਦੀਆਂ,
ਉਹ ਗੁਰੂ ਘਰ ਵਿੱਚ ਸਤਿਗੁਰੂ ਸਾਹਿਬਾਨਾਂ ਨੇ ਗੁਰਬਾਣੀ ਦੇ ਨਾਲ ਮੇਲ ਕੇ ਪ੍ਰਚਲਿਤ ਕੀਤੀਆਂ। ਇੱਕ ਅਕਾਲ ਪੁਰਖ ਵਾਹਿਗੁਰੂ ਦੀ ਉਸਤਤ ਕੀਤੀ ਜਾਵੇ, ਸਾਜ਼ ਵਜਾਉਣੇ, ਸੰਗੀਤ ਜਿਹੜਾ ਹੈ ਗੁਰਮੁਖ ਪਿਆਰਿਓ, ਇਹਨੂੰ ਇਸਲਾਮ ਦੇ ਵਿੱਚ ਵੀ ਮਨਾਹੀ ਸੀ ਰਾਗ ਦੀ, ਕਿਉਂਕਿ ਇਕੱਲਾ ਰਾਗ ਇਕੱਲਾ ਸੰਗੀਤ ਜਿਹੜਾ ਉਹ ਮਨ ਨੂੰ ਚੰਚਲ ਕਰਦਾ ਹੈ। ਪਰ ਜੇ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਦੇ ਵਾਸਤੇ ਸੰਗੀਤ ਦਾ ਉਪਯੋਗ ਕੀਤਾ ਜਾਵੇ, ਵਰਤੋਂ ਕੀਤੀ ਜਾਵੇ, ਤਾਂ ਇਹ ਸੰਗੀਤ ਪਰਮਾਤਮਾ ਦੇ ਨਾਲ ਮਿਲਾਪ ਕਰਾ ਦਿੰਦਾ ਹੈ। ਉਸ ਵੇਲੇ ਸਤਿਗੁਰੂ ਜੀ ਕਹਿੰਦੇ ਆ, ਕਲ ਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ, ਆਪ ਤਰੈ ਸਗਲੇ ਕੁਲ ਤਾਰੇ, ਹਰ ਦਰਗਹਿ ਪਤ ਸਿਉ ਜਾਏਦਾ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੀ ਰਚਨਾ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ, ਜੋ ਇਸ ਸਥਾਨ ਦੇ ਉੱਤੇ ਚੱਲ ਰਹੀ ਹੈ। ਕੱਲ ਦਾ ਜਿਹੜਾ ਪ੍ਰਸੰਗ ਹੈ ਉਹ ਸਮੇਂ ਦੀ ਸੰਪੂਰਨਤਾ ਹੋਣ ਕਰਕੇ ਆਪਾਂ ਉੱਥੇ ਵਿਸ਼ਰਾਮ ਦੇ ਦਿੱਤਾ ਸੀ ਕਥਾ ਨੂੰ, ਜਿਸ ਕਰਕੇ ਜੇ ਉੱਥੋਂ ਸ਼ੁਰੂ ਕਰੀਏ ਤਾਂ ਬਹੁਤੀਆਂ ਸੰਗਤਾਂ ਨੂੰ ਪਤਾ ਨਹੀਂ ਲੱਗਣਾ ਵੀ ਇਹ ਕਹਾਣੀ ਕੀ ਵਰਤ ਰਹੀ ਹੈ, ਕੀ ਗੱਲਬਾਤ ਕੀਤੀ ਜਾ ਰਹੀ ਹੈ, ਕੀ ਦੱਸਿਆ ਜਾ ਰਿਹਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਵਾਹਿਗੁਰੂ ਦੇ ਨਿਰਾਕਾਰ ਸਰੂਪ ਦਾ, ਨਿਰਗੁਣ ਸਰੂਪ ਦਾ ਜ਼ਿਕਰ ਹੈ, ਉਹਨਾਂ ਦੀ ਉਸਤਤ ਹੈ। ਤੇ ਇਤਿਹਾਸ ਦੀ ਕਥਾ ਵਿੱਚ ਸਤਿਗੁਰੂ ਜੀ ਜਿਵੇਂ ਸਰਗੁਣ ਸਰੂਪ ਵਿੱਚ, ਸਾਕਾਰ ਰੂਪ ਦੇ ਵਿੱਚ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਔਰ 10 ਜਾਮਿਆਂ ਵਿੱਚ ਜੋਤ ਵਰਤਾਈ, ਜੋ ਜੋ ਕੌਤਕ ਕੀਤੇ, ਉਸ ਦਾ ਇਤਿਹਾਸ ਦੀ ਕਥਾ ਵਿੱਚ ਵਰਣਨ ਹੈ। ਕਲਗੀਆਂ ਵਾਲੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਮਾਲਵੇ ਦੀ ਧਰਤੀ ਉੱਤੇ ਸੰਗਤਾਂ ਨੂੰ ਉਤਾਰ ਰਹੇ ਹਨ। ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ, ਜੋ ਸਿੱਖਾਂ ਦਾ ਅੱਜ ਸਤਿਗੁਰੂ ਜੀ ਦੇ ਰੂਟ ਦੇ ਮੁਤਾਬਕ ਚੌਥਾ ਤਖਤ ਹੈ, ਔਰ ਇਤਿਹਾਸਕ ਖੋਜ ਦੇ ਮੁਤਾਬਕ ਪੰਜਵਾਂ ਵੀ ਕਹਿ ਦਿੰਦੀ ਹੈ ਸੰਗਤ, ਕਿਉਂਕਿ ਪੰਜਵਾਂ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਮਹਾਰਾਜ ਬਾਅਦ ਵਿੱਚ ਗਏ ਹਨ। ਚੌਥਾ ਤਖਤ ਖਾਲਸੇ ਦਾ, ਉਸ ਧਰਤੀ ਦੇ ਉੱਤੇ ਸਤਿਗੁਰੂ ਜੀ ਮਿਹਰਾਂ ਵਰਤਾ ਰਹੇ ਹਨ। ਬਹੁਤ ਸਾਰੇ ਇਸ ਇਲਾਕੇ ਦੇ ਸਿੱਖ, ਖਾਸ ਤੌਰ ਤੇ ਉੱਤੇ ਬਰਾੜ ਬਰਾਦਰੀ ਦੇ ਭਾਈ ਡੱਲਾ ਜੀ ਵਰਗੇ ਸਤਿਗੁਰੂ ਜੀ ਦਾ ਬਚਨ ਮੰਨ ਕੇ ਸਿੰਘ ਸੱਜ ਗਏ। ਭਾਈ ਡੱਲ ਸਿੰਘ ਫੌਜਾਂ ਦੇ ਸਮੇਤ ਅੰਮ੍ਰਿਤ ਛਕਿਆ। ਸਤਿਗੁਰੂ ਸਾਹਿਬ ਜੀ ਨੇ ਮਾਲਵੇ ਉੱਤੇ ਬਹੁਤ ਬਖਸ਼ਿਸ਼ਾਂ ਕੀਤੀਆਂ। ਆਖਿਆ, ਡੱਲਿਆ ਇਹ ਗੁਰੂ ਕਾ ਮਾਲਵਾ ਹੈ, ਇਹ ਜੰਗਲ ਦੇਸ਼ ਸਾਨੂੰ ਬੜਾ ਚੰਗਾ ਲੱਗਾ, ਇੱਥੋਂ ਦੇ ਲੋਕਾਂ ਦਾ ਸੁਭਾਅ ਸਾਨੂੰ ਬਹੁਤ ਪਸੰਦ ਆਇਆ ਹੈ, ਭੋਲੇ ਭਾਲੇ ਲੋਕ, ਇਹਨਾਂ ਨੂੰ ਕੁਝ ਬਖਸ਼ਿਸ਼ਾਂ ਵੀ ਕਰੀਏ ਤਾਂ ਫਿਰ ਵੀ ਅੱਗੋਂ ਹੱਥ ਜੋੜ ਕੇ ਮਨਾ ਕਰ ਦਿੰਦੇ, ਨਾ ਮਹਾਰਾਜ ਇਹ ਚੀਜ਼ਾਂ ਨਹੀਂ ਸਾਨੂੰ ਚਾਹੀਦੀਆਂ। ਬੜਾ ਭੋਲਾ ਭਾਅ ਸੁਭਾਅ ਸਾਨੂੰ ਚੰਗਾ ਲੱਗਿਆ। ਇਸ ਇਲਾਕੇ ਵਿੱਚ ਕਣਕਾਂ ਵੀ ਹੋਣਗੀਆਂ, ਕਮਾਦ ਵੀ ਹੋਵੇਗਾ, ਕਪਾਹਾਂ ਵੀ ਹੋਣਗੀਆਂ, ਚੰਗੀ ਜ਼ਰਖੇਜ਼ ਭੂਮੀ, ਖੁਸ਼ਹਾਲ ਇਸ ਇਲਾਕੇ ਦਾ ਕਿਸਾਨ ਹੋਵੇਗਾ, ਨਹਿਰਾਂ ਵਗਣਗੀਆਂ, ਜਲ ਥਲ ਬਹੁਤ, ਪਾਣੀ ਦੀ ਕੋਈ ਤੋਟ ਨਹੀਂ ਆਵੇਗੀ, ਪਦਾਰਥ ਦੀ ਕੋਈ, ਧਨ ਦੀ ਕੋਈ ਘਾਟ ਨਹੀਂ ਹੋਵੇਗੀ, ਚੰਗੀਆਂ ਜ਼ਮੀਨਾਂ ਜਾਇਦਾਦਾਂ ਦੇ ਮਾਲਕ ਬਣੋਗੇ। ਸਿੱਧੂਆਂ ਨੂੰ, ਬਰਾੜਾਂ ਨੂੰ ਸਤਿਗੁਰੂ ਜੀ ਨੇ ਬਹੁਤ ਬਖਸ਼ਿਸ਼ਾਂ ਕੀਤੀਆਂ। ਤੁਹਾਡਾ ਰਾਜ ਭਾਗ ਦਿੱਲੀ ਤੋਂ ਲਾਹੌਰ ਤੱਕ ਕਾਇਮ ਹੋਵੇਗਾ। ਇਸੇ ਤਰ੍ਹਾਂ ਸਤਿਗੁਰੂ ਜੀ ਇੱਕ ਦਿਨ ਦੀਵਾਨ ਵਿੱਚ ਸਜੇ ਹੋਏ ਸੰਗਤ ਬੈਠੀ ਹੈ। 10 ਕੁ ਸਿੰਘ ਸਤਿਗੁਰੂ ਜੀ ਦੇ ਚਰਨਾਂ ਵਿੱਚ ਪਹੁੰਚੇ। ਉਹਨਾਂ ਵਿੱਚੋਂ ਇੱਕ ਨੇ ਆ ਕੇ ਖਬਰ ਦਿੱਤੀ, ਕਹਿੰਦਾ ਮਹਾਰਾਜ ਕੋਟ ਕਪੂਰੇ ਵਾਲਾ ਚੌਧਰੀ ਕਪੂਰਾ ਬਰਾੜ, ਉਹਨੂੰ ਕਿਸੇ ਨੇ ਮਾਰ ਦਿੱਤਾ, ਉਹਦਾ ਕਤਲ ਕਰ ਦਿੱਤਾ ਹੈ। ਭਾਈ ਡੱਲ ਸਿੰਘ ਨੇ ਪੁੱਛਿਆ, ਭਾਈ ਇਹ ਤੇ ਖਬਰ ਚਲੋ ਠੀਕ ਹੈ, ਪਰ ਸਾਰੀ ਘਟਨਾ ਹੋਈ ਕਿਵੇਂ, ਵਰਤੀ ਕਿਵੇਂ, ਕੀ ਭਾਣਾ ਵਰਤਿਆ, ਕਿਹਦੇ ਨਾਲ ਉਹਦੀ ਲੜਾਈ ਹੋਈ, ਕਪੂਰੇ ਦੀ ਮੌਤ ਕਿਵੇਂ ਹੋਈ, ਖੋਲ ਕੇ ਦੱਸੋ। ਤਾਂ ਇਹ ਸਿੱਖ ਖਬਰ ਦੇਣ ਵਾਲਾ ਸੰਗਤਾਂ ਨੂੰ ਔਰ ਗੁਰੂ ਮਹਾਰਾਜ ਜੀ ਨੂੰ ਉੱਥੇ ਦੱਸ ਰਿਹਾ ਹੈ। ਔਰ ਇਹ ਚੌਧਰੀ ਕਪੂਰਾ ਦੱਸਣ ਵਾਲੇ ਸਿੱਖ ਦੇ ਮੁਤਾਬਕ ਢਿਲਮਾ ਪਿੰਡ ਦੇ ਵਿੱਚ ਲੱਗੇ ਹੋਏ ਇੱਕ ਮੇਲੇ ਦੇ ਉੱਤੇ ਗਿਆ।
ਤੇ ਕੋਟਕਪੂਰੇ ਦੇ ਨੇੜੇ ਹੀ ਬਰਗਾੜੀ ਨਗਰ ਹੈ। ਬਰਗਾੜੀ ਨਗਰ ਵਿੱਚ ਇਹਦਾ ਭਤੀਜਾ, ਇਹਦਾ ਸ਼ਰੀਕਾ ਕਬੀਲਾ ਰਹਿੰਦਾ ਸੀ। ਉਹਨਾਂ ਦੀ ਆਪਸ ਵਿੱਚ ਬਹੁਤ ਲਾਗ ਡਾਟ ਸੀ। ਕਪੂਰੇ ਨੇ ਇਹਨਾਂ ਦਾ ਬੰਦਾ ਮਾਰ ਦਿੱਤਾ ਸੀ। ਅਣਬਣ ਸੀ ਬਿਲਕੁਲ ਇਹਨਾਂ ਦੀ। ਮੇਲੇ ਵਿੱਚ ਇਕੱਠੇ ਹੋ ਗਏ। ਇਹ ਮੇਲਾ ਕੌਣ ਲਾਉਂਦਾ ਸੀ? ਸਤਿਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵੱਡੇ ਭਰਾ ਪ੍ਰਿਥੀ ਚੰਦ ਜੀ, ਉਹਨਾਂ ਦਾ ਪੁੱਤਰ ਅੱਗੋਂ ਹੋਇਆ ਮਿਹਰਵਾਨ। ਮਿਹਰਵਾਨ ਦਾ ਪੁੱਤਰ ਹੋਇਆ ਹਰਜੀ, ਤੇ ਹਰਜੀ ਦੇ ਅੱਗੇ 3 ਪੁੱਤਰ ਹੋਏ ਨਿਰੰਜਨ ਰਾਏ, ਹਰਗੋਪਾਲ ਤੇ ਕਵਲ ਨੈਣ ਸੋਢੀ ਕੌਲ ਰਾਏ, ਜਿਸ ਨੂੰ ਕਿਹਾ ਜਾਂਦਾ ਹੈ। ਕੱਲ ਵੀ ਦੱਸਿਆ ਸੀ ਕਿ ਹਰਜੀ ਨੇ ਹਰਮੰਦਰ ਸਾਹਿਬ ਦੀ 50 ਸਾਲ ਸੇਵਾ ਕੀਤੀ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਬਾਅਦ 4 ਗੁਰੂ ਸਾਹਿਬਾਨ ਸਰੀਰ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਤੇ ਨਹੀਂ ਰਹੇ, ਨਹੀਂ ਗਏ। 7ਵੇਂ ਪਾਤਸ਼ਾਹ ਨਹੀਂ ਗਏ, 8ਵੇਂ ਪਾਤਸ਼ਾਹ ਨਹੀਂ ਗਏ, 9ਵੇਂ ਪਾਤਸ਼ਾਹ ਗਏ, ਪਰ ਮਸੰਦਾਂ ਨੇ ਦਰਵਾਜ਼ੇ ਬੰਦ ਕਰ ਲਏ ਸੀ, ਜਿਸ ਕਰਕੇ ਸਤਿਗੁਰੂ ਜੀ ਬਾਹਰੋਂ ਹੀ ਨਮਸਕਾਰ ਕਰਕੇ ਮੁੜ ਆਏ ਸਨ ਤੇ ਬਚਨ ਕੀਤਾ ਸੀ, ਅੰਮ੍ਰਿਤ ਸਰੀਏ ਨਹਿ ਮਸੰਦ ਤੁਮ ਅੰਮ੍ਰਿਤ ਸਰੀਏ, ਤ੍ਰਿਸ਼ਨਾ ਅਗਨ ਤੇ ਅੰਤਰ ਸੜੀਏ। ਬਾਅਦ ਵਿੱਚ ਵੱਲੇ ਨਗਰ ਦੇ ਵਿੱਚ ਬੀਬੀਆਂ ਨੇ ਸੇਵਾ ਕੀਤੀ ਸੀ, ਜਿੱਥੇ ਸਤਿਗੁਰੂ ਜੀ ਨੇ ਮਾਈਆਂ ਬੀਬੀਆਂ ਦੀ ਸੇਵਾ ਤੋਂ ਖੁਸ਼ ਹੋ ਕੇ ਵਰ ਦਿੱਤਾ ਸੀ, ਮਾਈਆਂ ਰੱਬ ਰਜਾਈਆਂ। 10ਵੇਂ ਪਾਤਸ਼ਾਹ ਜੀ ਤਾਂ ਅਨੰਦਪੁਰ ਸਾਹਿਬ ਹੀ ਰਹੇ, ਦਮਦਮਾ ਸਾਹਿਬ ਰਹੇ, ਜਾਂ ਬਚਪਨ ਸਤਿਗੁਰੂ ਜੀ ਦਾ ਪਟਨਾ ਸਾਹਿਬ ਬਤੀਤ ਹੋਇਆ, ਪੌਂਟਾ ਸਾਹਿਬ ਕੁਝ ਦੇਰ ਰਹੇ। ਪਰ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਨਹੀਂ ਗਏ। ਇੱਕ ਸਿੱਖ ਨੇ ਜਾ ਕੇ ਦੱਸਿਆ ਅਨੰਦਪੁਰ ਸਾਹਿਬ ਮਹਾਰਾਜ ਹਰਜੀ ਉਹ ਸਮਾ ਗਏ ਆ, ਚੜ੍ਹਾਈ ਕਰ ਗਏ ਆ। ਗੁਰੂ ਘਰ ਦੇ ਚੜਾਵੇ ਨੂੰ ਲੈ ਕੇ 3 ਪੁੱਤਰਾਂ ਦੀ ਆਪਸ ਵਿੱਚ ਖਿੱਚੋ ਤਾਣ ਚੱਲਦੀ ਹੈ, ਉਹਨਾਂ ਦੀ ਬਣਦੀ ਨਹੀਂ, ਤੇ ਇਸ ਦੇ ਚੱਲਦਿਆਂ ਉਹ ਅੰਮ੍ਰਿਤਸਰ ਸਾਹਿਬ ਨੂੰ ਛੱਡ ਕੇ ਚਲੇ ਗਏ ਆ। ਗੁਰੂ ਮਹਾਰਾਜ ਨੇ ਭਾਈ ਮਨੀ ਸਿੰਘ ਜੀ ਦੀ ਡਿਊਟੀ ਲਾਈ, ਨਾਲ ਭਾਈ ਭੂਪ ਸਿੰਘ, ਔਰ ਇਸੇ ਤਰ੍ਹਾਂ 4 ਹੋਰ ਸਿੱਖ 5 ਸਿੰਘਾਂ ਨੂੰ ਸਤਿਗੁਰੂ ਜੀ ਨੇ ਭਾਈ ਮਨੀ ਸਿੰਘ ਜੀ ਦੇ ਨਾਲ ਭੇਜਿਆ। ਗੁਰਬਾਣੀ ਦੀ ਪੋਥੀ ਸਰੂਪ ਦਿੱਤਾ ਤੇ ਆਖਿਆ ਜਾਓ ਸ੍ਰੀ ਦਰਬਾਰ ਸਾਹਿਬ ਦੀ ਸੇਵਾ ਸੰਭਾਲ ਕਰੋ। ਇਹ ਜਿਹੜੇ ਪ੍ਰਿਥੀ ਚੰਦ ਦੀ ਵੰਸ਼ ਦੇ ਵਿੱਚੋਂ ਅਗਾਂਹ ਸਨ ਹਰਜੀ ਦੇ 3 ਪੁੱਤਰ। ਇੱਕ ਸੀ ਵੱਡਾ ਨਿਰੰਜਨ ਰਾਏ, ਉਹ ਭਵਾਨੀਗੜ੍ਹ ਦੇ ਕੋਲ ਸੰਗਰੂਰ ਪਟਿਆਲਾ ਵਾਲੇ ਰੋਡ ਦੇ ਉੱਤੇ ਬਹੁਤ ਵੱਡਾ ਕਸਬਾ ਪੈਂਦਾ ਘਰਾਚੋਂ, ਉੱਥੇ ਜਾ ਕੇ ਵਸ ਗਿਆ ਸੀ। ਦੂਜਾ ਹਰਗੋਪਾਲ ਬਠਿੰਡੇ ਦੇ ਨੇੜੇ ਭਗਤਾ ਭਾਈ ਦੇ ਨੇੜੇ ਕੋਠਾ ਗੁਰੂ ਪਿੰਡ ਹੈ, ਉਹਨੂੰ ਪਹਿਲਾਂ ਕਹਿੰਦੇ ਸੀ ਕੋਠੇ ਸੁੱਡ ਜਾਂਦੇ। 10ਵੇਂ ਪਾਤਸ਼ਾਹ ਜੀ ਨੇ ਇਹਦਾ ਨਾਮ ਬਦਲ ਕੇ ਰੱਖਿਆ ਕੋਠੇ ਗੁਰੂ ਕੇ, ਉਸ ਜਗ੍ਹਾ ਰਹਿੰਦਾ ਸੀ। ਤੀਜਾ ਜਿਹੜਾ ਪੁੱਤਰ ਸੀ ਹਰਜੀ ਦਾ ਕਵਲ ਨੈਣ ਜਾਂ ਸੋਢੀ ਕੌਲ ਰਾਏ, ਉਹ ਰਹਿੰਦਾ ਸੀ ਢਿਲਮਾ ਨਗਰ ਦੇ ਵਿੱਚ। ਇਹਦੇ ਕੋਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਹਿਲਾਂ ਵੀ ਗਏ ਸਨ। ਜਦੋਂ ਚੌਧਰੀ ਕਪੂਰੇ ਕੋਲੇ ਆ ਕੇ ਰੁਕੇ ਨਾ ਮਾਛੀਵਾੜੇ ਦੇ ਜੰਗਲ ਦੇ ਵਿੱਚੋਂ ਲੰਘਦੇ ਹੋਏ, ਉੱਚ ਦਾ ਪੀਰ ਬਣ ਕੇ ਜਦੋਂ ਸਤਿਗੁਰੂ ਜੀ ਇੱਥੇ ਪਹੁੰਚੇ ਮਾਲਵੇ ਦੇ ਵਿੱਚ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਚੌਧਰੀ ਕਪੂਰੇ ਨੇ ਬੜੀ ਸੇਵਾ ਕੀਤੀ, ਇੱਕ ਘੋੜਾ ਵੀ ਭੇਟ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਇੱਕ ਦਿਨ ਬਚਨ ਕਰਦੇ ਆ, ਕਹਿੰਦੇ ਚੌਧਰੀ ਕਪੂਰੇ ਆ ਜਿਹੜਾ ਤੇਰਾ ਕਿਲਾ ਨਾ ਸਾਨੂੰ ਬੜਾ ਪਸੰਦ ਆਇਆ, ਇਹ ਕਿਲਾ ਤੂੰ ਸਾਨੂੰ ਦੇ ਦੇ। ਮਹਾਰਾਜ ਕੀ ਕਰਨਾ ਹੈ? ਕਹਿੰਦੇ ਸਰਹੰਦ ਵਾਲੇ ਸੂਬੇ ਵਜੀਦੇ ਦੇ ਮਨ ਵਿੱਚ ਹਾਲੇ ਵੀ ਇੱਛਾ ਸਾਡੇ ਨਾਲ ਜੰਗ ਕਰਨ ਦੀ। ਕਹਿੰਦੇ ਆ ਕਿਲਾ ਸਾਨੂੰ ਦੇ ਦੇ ਤੇ ਉਹਨੂੰ ਦੱਸ ਹੀ ਦਈਏ ਫਿਰ ਜੰਗ ਹੁੰਦੀ ਕਿਵੇਂ ਹੈ। ਕਪੂਰਾ ਡਰ ਗਿਆ। ਮਹਾਰਾਜ ਦਾ ਪ੍ਰੇਮੀ ਵੀ ਬੜਾ ਸੀ ਪਰ ਸਰਕਾਰ ਭਗਤ ਵੀ ਸੀ। ਗੁਰੂ ਮਹਾਰਾਜ ਨੂੰ ਬਚਨ ਕੀਤੇ ਕਪੂਰੇ ਨੇ, ਕਹਿੰਦਾ ਮਹਾਰਾਜ ਤੁਸੀਂ ਤਾਂ ਆਪਣਾ ਆਨੰਦਪੁਰ ਉਜਾੜ ਲਿਆ, ਮੇਰਾ ਵੀ ਘਰ ਉਜਾੜੋਗੇ, ਹੁਣ ਮੇਰਾ ਕਿਲਾ ਵੀ ਉਜਾੜੋਗੇ। ਆਪਣਾ ਪਰਿਵਾਰ ਖੇਰੂ ਖੇਰੂ ਕਰਾ ਲਿਆ, ਮਹਾਰਾਜ ਮੇਰਾ ਵੀ ਪਰਿਵਾਰ ਉਜਾੜਨ ਤੇ ਤੁਲੇ ਹੋ ਤੁਸੀਂ, ਕਿਰਪਾ ਹੀ ਕਰੋ ਮੇਰੇ ਤੇ। ਮਹਾਰਾਜ ਨੂੰ ਸਰੋਪਾ ਪਾ ਦਿੱਤਾ, ਇਸ਼ਾਰੇ ਮਾਤਰ ਵੀ ਇੱਥੋਂ ਚਲੇ ਜਾ। ਫਿਰ ਗੁਰੂ ਮਹਾਰਾਜ ਨੇ ਮੁਕਤਸਰ ਸਾਹਿਬ ਦੀ ਧਰਤੀ ਦੇ ਉੱਤੇ ਜਾ ਕੇ ਜੰਗ ਲੜੀ। ਚੌਧਰੀ ਨੂੰ ਬਚਨ ਕੀਤੇ ਕਪੂਰੇ ਨੂੰ, ਕਹਿੰਦੇ ਕਪੂਰਿਆ ਜਿਹੜੇ ਤੁਰਕਾਂ ਦਾ ਪੱਖ ਪੂਰਦਾ ਨਾ ਤੂੰ,
ਤੂੰ ਕਪੂਰਾ ਨਹੀਂ, ਤੂੰ ਤਾਂ ਤੁਰਕਾਂ ਦਾ ਕਤੂਰਾ ਹੀ ਰਿਹਾ। ਉਹਨਾਂ ਦਾ ਇੰਨਾ ਪੱਖ ਪੂਰਦਾ ਤੇ ਯਾਦ ਰੱਖੀ ਇੱਕ ਦਿਨ ਇਹੀ ਤੁਰਕ ਤੈਨੂੰ ਫਾਹੇ ਲਾ ਕੇ ਮਾਰਨਗੇ, ਤੇਰੇ ਮੂੰਹ ਦੇ ਉੱਤੇ ਗੰਦਗੀ ਦਾ ਤੋਬਰਾ ਚਾੜ ਕੇ ਐ ਬੁਰੇ ਹਾਲਾਂ ਨਾਲ ਮਰੇਂਗਾ ਤੂੰ। ਇਹ ਕਹਿ ਕੇ ਮਹਾਰਾਜ ਸੱਚੇ ਪਾਤਸ਼ਾਹ ਇਹ ਢਿਲਮਾ ਨਗਰ ਵਿੱਚ ਸੋਢੀ ਕੌਲ ਰਾਏ ਦੇ ਪਾਸ ਆ ਗਏ। ਇਹਨੇ ਸੋਢੀ ਕੌਲ ਰਾਏ ਨੇ ਵੀ ਬੜਾ ਸਵਾਗਤ ਕੀਤਾ, ਮਹਾਰਾਜ ਦਾ ਆਦਰ ਕਰਦਿਆਂ ਹੋਇਆ ਚਿੱਟਾ ਚੋਲਾ ਭੇਟ ਕੀਤਾ। ਮਹਾਰਾਜ ਨੇ ਉਹ ਮਾਛੀਵਾੜੇ ਦੇ ਜੰਗਲ ਵਿੱਚੋਂ ਨੀਲਾ ਚੋਲਾ ਪਹਿਨਿਆ ਹੋਇਆ ਸੀ, ਉੱਚ ਦਾ ਪੀਰ ਬਣਨ ਵੇਲੇ ਜਿਹੜਾ ਉਹ ਵਸਤਰ ਉਤਾਰ ਦਿੱਤੇ, ਚਿੱਟਾ ਚੋਲਾ ਪਹਿਨ ਲਿਆ। ਨਾਲ ਹੀ ਬਚਨ ਕੀਤੇ। ਸੋਢੀ ਕੌਲ ਰਾਏ ਪੁੱਛਦਾ, ਕਹਿੰਦਾ ਮਹਾਰਾਜ ਕਪੂਰੇ ਕੋਲੋਂ ਆ ਕੇ ਉਹ ਚੰਗੀ ਸੇਵਾ ਕੀਤੀ। ਮਹਾਰਾਜ ਕਹਿੰਦੇ ਉਹਦੀ ਤਾਂ ਅਸੀਂ ਜੜ ਪੱਟ ਆਏ। ਇਹ ਜਿਹੜਾ ਕਪੂਰਾ ਚੌਧਰੀ ਤੇ ਹੋਰ ਬਰਾੜ ਸੀ, ਇਹ ਸੋਢੀ ਕੌਲ ਰਾਏ ਦੇ ਚੇਲੇ ਸੀ, ਇਹਨੂੰ ਗੁਰੂ ਮੰਨਦੇ ਸੀ, ਇਹਦੀ ਚੰਗੀ ਪੂਜਾ ਕਰਦੇ ਸੀ, ਪਦਾਰਥ ਭੇਟ ਕਰਦੇ ਸੀ। ਇਹਨੇ ਸੋਚਿਆ ਵੀ ਗੁਰੂ ਮਹਾਰਾਜ ਮੇਰੇ ਚੇਲੇ ਨੂੰ ਇਹੋ ਜਿਹੇ ਵਚਨ ਕਰਦੇ ਆ। ਕਹਿੰਦਾ ਮਹਾਰਾਜ ਚੌਧਰੀ ਕਪੂਰੇ ਦੀਆਂ ਜੜਾਂ ਤਾਂ ਮੇਰੇ ਪੇਟ ਵਿੱਚ ਲੱਗੀਆਂ ਹੋਈਆਂ, ਜੇ ਕੋਈ ਸੋਢੀ ਕੌਲ ਰਾਏ ਦਾ ਮੇਰਾ ਪੇਟ ਪਾੜੂਗਾ ਤਾਂ ਹੀ ਉਹਦੀਆਂ ਜੜਾਂ ਪੱਟੀਆਂ ਜਾਣਗੀਆਂ ਨਾ। ਮਹਾਰਾਜ ਕਹਿੰਦੇ ਭਾਈ ਤੇਰਾ ਪੇਟ ਅਸੀਂ ਤਾਂ ਪਾੜਨਾ ਨਹੀਂ, ਤੇਰਾ ਪੇਟ ਤਾਂ ਉਹ ਕਪੂਰਾ ਹੀ ਪਾੜੂਗਾ ਤੇ ਉਹਦੀਆਂ ਜੜਾਂ ਤੂੰ ਆਪ ਪੱਟੇਗਾ। ਇਹ ਵਚਨ ਕਰ ਦਿੱਤੇ ਮਹਾਰਾਜ। ਹੁਣ ਉਹਦਾ ਪੇਟ ਕਿਵੇਂ ਪਾੜਦਾ ਅੱਗੇ ਤੁਹਾਨੂੰ ਸਮਝ ਲੱਗੇਗੀ। ਨਾਲ ਹੀ ਮਹਾਰਾਜ ਨੇ ਚਿੱਟਾ ਚੋਲਾ ਵਸਤਰ ਧਾਰਨ ਕਰਕੇ ਉਹ ਨੀਲਾ ਜਿਹੜਾ ਵਸਤਰ ਸੀ ਚੋਲਾ ਲਾ ਕੇ ਲੀਰਾਂ ਲੀਰਾਂ ਕਰਕੇ ਸਤਿਗੁਰੂ ਜੀ ਨੇ ਫਾੜ ਦਿੱਤਾ ਤੇ ਅਗਨ ਭੇਟ ਕਰ ਦਿੱਤਾ। ਸਤਿਗੁਰੂ ਜੀ ਪਾੜ ਰਹੇ ਆ ਚੋਲੇ ਨੂੰ ਤੇ ਨਾਲ ਨਾਲ ਬਚਨ ਉਚਾਰਨ ਕਰਦੇ ਆ, ਨੀਲ ਵਸਤਰਲੇ ਕੱਪੜੇ ਫਾਰੇ ਤੁਰਕ ਪਠਾਣੀ ਅਮਲ ਗਿਆ। ਆਸਾ ਦੀ ਵਾਰ ਵਿੱਚ ਬਚਨ ਆਉਂਦੇ ਆ, ਨੀਲ ਵਸਤਰਲੇ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ। ਸੋਢੀ ਕੌਲ ਰਾਏ ਕਹਿੰਦਾ ਮਹਾਰਾਜ ਤੁਸੀਂ ਤਾਂ ਗੁਰਬਾਣੀ ਦੀ ਤੁਕ ਬਦਲ ਦਿੱਤੀ। ਰਾਮ ਰਾਏ ਨੇ ਜਵਾਨੀ ਕਲਾਮੀ ਬਦਲੀ ਸੀ, ਉਹਨੂੰ ਸਤਿਗੁਰੂ ਸਾਹਿਬ ਜੀ ਨੇ ਮੁੜ ਕੇ ਮੁੱਖ ਨਹੀਂ ਸੀ ਲਾਇਆ ਕਿ ਅਸੀਂ ਜਿੱਧਰ ਨੂੰ ਮੂੰਹ ਹੈ ਚਲਿਆ ਜਾ। ਉਸ ਵੇਲੇ ਸਤਿਗੁਰੂ ਜੀ ਨੇ ਸਮਝਾਇਆ, ਕਹਿੰਦੇ ਭਾਈ ਪਹਿਲੀ ਗੱਲ ਤਾਂ ਅਸੀਂ ਉਸ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਹਾਂ, ਸਾਡੇ ਕੋਲੇ ਹੱਕ ਹਕੂਕ ਹੈ। ਬਾਕੀ ਵੱਡੇ ਸਤਿਗੁਰੂ ਜੀ ਦੀ ਬਾਣੀ ਦਾ ਸਤਿਕਾਰ ਰੱਖਦੇ ਹਾਂ, ਅਸੀਂ ਲਿਖਤੀ ਰੂਪ 'ਚ ਨਹੀਂ ਬਦਲਿਆ ਇਹਨੂੰ, ਅਸੀਂ ਜ਼ੁਬਾਨੀ ਗੁਲਾਮੀ ਇਹ ਗੱਲ ਕਹੀ ਹੈ। ਬਾਕੀ ਤੈਨੂੰ ਗੁੱਸਾ ਤਾਂ ਲੱਗਿਆ ਵੀ ਤੂੰ ਵੀ ਤੁਰਕਾਂ ਦਾ ਪੱਖੀ ਹੈ। ਜਿਹੜੇ ਤੁਰਕਾਂ ਨੇ ਇੰਨਾ ਜ਼ੁਲਮ ਕੀਤਾ ਹੈ, ਛੋਟੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਦਿੱਤਾ, ਚਮਕੌਰ ਦੀ ਜੰਗ ਦੇ ਵਿੱਚ ਮੇਰੇ ਜਾਨਾਂ ਤੋਂ ਪਿਆਰੇ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਹੈ, ਉਹਨਾਂ ਤੁਰਕਾਂ ਦਾ ਪੱਖ ਪੂਰਦਾ। ਕਹਿੰਦੇ ਅਸੀਂ ਅੱਜ ਤੋਂ ਇਹ ਚੋਲਾ ਪਾੜ ਕੇ ਇਹ ਅਗਨ ਭੇਟ ਕਰ ਦਿੱਤਾ। ਇੱਕ ਇਸ਼ਾਰਾ ਇਹ ਵੀ ਸੀ ਕਿ ਇਹ ਚੋਲਾ ਜਿਹੜਾ ਬਾਣਾ ਇਹ ਗੁਰੂ ਦਾ ਬਖਸ਼ਿਸ਼ ਕੀਤਾ ਹੋਇਆ ਹੈ, ਸਾਡੇ ਤਾਂ ਸਿਰਫ ਤਨਾਂ ਦੇ ਉੱਤੇ ਸਜਦਾ ਹੈ, ਬਖਸ਼ਿਸ਼ ਗੁਰੂ ਦੀ ਹੈ, ਇਹਦੀ ਬੇਅਦਬੀ ਨਾ ਹੋਵੇ ਬਾਅਦ ਵਿੱਚ। ਅੱਜ ਵੀ ਰਹਿਤਵਾਨ ਸਿੰਘ ਜਿਹੜੇ ਵਿਸ਼ੇਸ਼ ਕਰਕੇ ਦਸਤਾਰ ਦਾ ਉਹਨਾਂ ਦਾ ਕੱਪੜਾ ਜਿਹੜਾ ਪੁਰਾਣਾ ਹੋ ਜਾਵੇ ਨਾ, ਉਹ ਦਸਤਾਰ ਨੂੰ ਇਦਾਂ ਸੁੱਟਦੇ ਨਹੀਂ, ਉਹਦਾ ਸੰਸਕਾਰ ਕਰਦੇ ਆ। ਕਿਉਂ? ਇਹ ਸਤਿਗੁਰੂ ਜੀ ਦੀ ਬਖਸ਼ਿਸ਼ ਕੇਸਾਂ ਦੀ ਮੋਹਰ ਨੂੰ ਢੱਕ ਕੇ ਰੱਖਦੀ ਹੈ। ਗੁਰੂ ਮਹਾਰਾਜ ਨੇ ਉਹ ਚੋਲਾ ਪਾੜ ਦਿੱਤਾ, ਚੋਲਾ ਪਾੜ ਕੇ ਅਗਨ ਭੇਟ ਕੀਤਾ, ਕੱਲੀ ਕੱਲੀ ਲੀਰ ਸੁੱਟ ਰਹੇ ਆ। ਨਾਲ ਬਚਨ ਕੀਤਾ, ਨੀਲ ਵਸਤਰਲੇ ਕੱਪੜੇ ਫਾੜੇ ਤੁਰਕ ਪਠਾਣੀ ਅਮਲ ਗਿਆ। ਕਹਿੰਦੇ ਹੁਣ ਤੁਰਕਾਂ ਦਾ ਰਾਜ ਗਿਆ, ਖਤਮ ਕਰ ਦੇਣਾ ਇਹ ਤੁਰਕਾਂ ਦਾ ਰਾਜ। ਇਹ ਤਾਂ ਬਸ ਦੇਖਣ ਨੂੰ ਹੀ ਹੈ, ਜਿਵੇਂ ਘੁਣ ਖਾਧੀ ਲੱਕੜ ਹੁੰਦੀ ਹੈ ਨਾ, ਬਾਹਰੋਂ ਸਾਬਤੀ ਸਬੂਤੀ ਲੱਗਦੀ ਹੈ ਪਰ ਅੰਦਰੋਂ ਤਾਂ ਖੋਖਲੀ ਹੋਈ ਪਈ ਹੁੰਦੀ ਹੈ। ਕਹਿੰਦੇ ਜੜਾਂ ਖੋਖਲੀਆਂ ਕਰ ਦਿੱਤੀਆਂ ਤੁਰਕਾਂ ਦੀਆਂ, ਬਸ ਇਹਨਾਂ ਦਾ ਰਾਜ ਭੱਗ ਗਿਆ ਹੀ ਸਮਝੋ। ਇਹੋ ਸਤਿਗੁਰ ਸੱਚੇ ਪਾਤਸ਼ਾਹ ਜੀ ਬਚਨ ਕਰਕੇ ਆਏ ਸਨ। ਫਿਰ ਸਤਿਗੁਰੂ ਜੀ ਬਰਗਾੜੀ, ਸਰਸਾਵਾਂ, ਬਾਂਦਰ ਇਹਨਾਂ ਨਗਰਾਂ ਵਿੱਚ ਜਦੋਂ ਆਏ, ਪਿੱਛੇ ਆਪ ਜੀ ਨੇ ਕਥਾ ਸਰਵਣ ਕੀਤੀ ਹੈ, ਤਾਂ ਇਹਦਾ ਚੌਧਰੀ ਕਪੂਰੇ ਦਾ ਪੋਤਾ ਭਤੀਜਾ ਇਹਦੇ ਭਰਾ ਦਾ ਲੜਕਾ ਬਰਗਾੜੀ ਨਗਰ ਵਿੱਚ ਰਹਿੰਦਾ ਸੀ। ਆਪਸੀ ਖਹਿਬਾਜੀ ਬਹੁਤ ਸੀ ਦੋਵਾਂ ਦੀ। ਜਿੱਦਣ ਮਹਾਰਾਜ ਇਹਦੇ ਕੋਲ ਪਹੁੰਚੇ ਆ ਬਰਗਾੜੀ, ਇਹ ਚੱਲਿਆ ਸੀ ਚੜ ਕੇ ਕਪੂਰੇ ਨੂੰ ਖਤਮ ਕਰਨ। ਇਹਦਾ ਭਤੀਜਾ
ਪਰ ਗੁਰੂ ਮਹਾਰਾਜ ਜੀ ਦਾ ਆਉਣਾ ਸੁਣ ਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਪਹੁੰਚਿਆ। ਕਹਿੰਦਾ ਮਹਾਰਾਜ ਅਸੀਂ ਅੱਜ ਆਪਣਾ ਉਹ ਪ੍ਰੋਗਰਾਮ ਮੁਲਤਵੀ ਕਰ ਦਿੱਤਾ, ਚੱਲੇ ਸੀ ਕਪੂਰੇ ਨੂੰ ਮਾਰਨ, ਪਰ ਆਪ ਜੀ ਆਏ ਹੋ, ਤੁਹਾਡੀ ਸੇਵਾ ਵਿੱਚ ਹਾਜ਼ਰ ਰਹਿਣਾ ਅੱਜ ਦੀ ਰਾਤ। ਪੂਰੀ ਰਾਤ ਭਾਰੇ ਨੇ ਸਤਿਗੁਰੂ ਜੀ ਦੀ ਡਟ ਕੇ ਸੇਵਾ ਕੀਤੀ, ਸਤਿਗੁਰੂ ਨੂੰ ਪ੍ਰਸੰਨ ਕਰ ਲਿਆ। ਵੇਖੋ ਭਾਈ, ਗੁਰੂ ਜਦੋਂ ਪ੍ਰਸੰਨ ਹੁੰਦਾ ਹੈ ਤਾਂ ਅਸੀਂ ਇੱਕ ਡੱਕਾ ਚੱਕ ਕੇ ਦੂਜੇ ਪਾਸੇ ਧਰ ਦਈਏ, ਉਹਦੇ ਤੇ ਵੀ ਹੋ ਜੇ ਗੁਰੂ ਦੀ ਮੌਜ ਹੈ, ਨਾ ਹੋਵੇ ਤਾਂ ਅਸੀਂ 12 ਸਾਲ ਸਮਾਧੀਆਂ ਵੀ ਲਾਈ ਰੱਖੀਏ ਤਾਂ ਵੀ ਗੁਰੂ ਕਈ ਵਾਰ ਸਾਡੀ ਸੇਵਾ ਭਾਵਨਾ ਦੇ ਉੱਤੇ ਪ੍ਰਸੰਨ ਨਹੀਂ ਹੁੰਦਾ। ਇਹ ਗੁਰੂ ਦੀ ਮੌਜ ਹੈ, ਉਹਨੇ ਬਖਸ਼ਿਸ਼ ਕਦੋਂ ਕਰਨੀ। ਸਤਿਗੁਰੂ ਜੀ ਕਹਿੰਦੇ ਭਾਈ ਚੰਗਾ ਕੀਤਾ ਬਰਾੜਾ, ਤੂੰ ਅੱਜ ਚੜ ਕੇ ਨਹੀਂ ਗਿਆ ਕਪੂਰੇ ਦੇ ਉੱਤੇ ਆਪਣੇ ਚਾਚੇ ਉੱਤੇ। ਕਹਿੰਦੇ ਜੇ ਚਲਿਆ ਜਾਂਦਾ ਅੱਜ ਤੇਰੀ ਮੌਤ ਹੋ ਜਾਣੀ ਸੀ, ਤੂੰ ਗੁਰੂ ਘਰ ਦੀ ਸੇਵਾ ਵਿੱਚ ਆਇਆ ਤਾਂ ਕਰਕੇ ਤੈਨੂੰ ਜ਼ਿੰਦਗੀ ਬਖਸ਼ ਦਿੱਤੀ। ਕਹਿੰਦੇ ਭਲਕ ਨੂੰ ਕੱਲ ਨੂੰ ਉਹ ਤੇਰੇ ਤੇ ਚੜ ਕੇ ਆਵੇਗਾ, ਪਰ ਇੱਕ ਬਚਨ ਚੇਤੇ ਰੱਖੀ, ਤੂੰ ਨਹੀਂ ਉਹਦੇ ਸਾਹਮਣੇ ਹੋਣਾ, ਅੰਦਰ ਬੈਠਾ ਰਹੀ, ਆਪਣੇ ਬੰਦਿਆਂ ਨੂੰ ਸੂਰਮਿਆਂ ਨੂੰ ਬਾਹਰ ਭੇਜਦੀ, ਯੋਧਿਆਂ ਨੂੰ ਉਹ ਲੜਨ, ਤੇਰੀ ਫਤਿਹ ਹੋਵੇਗੀ, ਪਰ ਆਹ ਗੱਲ ਪੱਲੇ ਬੰਨ ਲਈ ਵੀ ਤੈਂ ਸਾਹਮਣੇ ਨਹੀਂ ਜਾਣਾ। ਉਹੀ ਗੱਲ ਹੋਈ ਦੂਜੇ ਦਿਨ ਚੌਧਰੀ ਕਪੂਰਾ ਇਹਦੇ ਤੇ ਚੜ੍ਹਾਈ ਕਰਕੇ ਆ ਗਿਆ। ਜਦੋਂ ਕਪੂਰਾ ਚੜ੍ਹਾਈ ਕਰਕੇ ਆਇਆ, ਇਹ ਸਤਿਗੁਰੂ ਦਾ ਬਚਨ ਯਾਦ ਸੀ, ਮੰਨ ਕੇ ਅੰਦਰ ਬਹਿ ਗਿਆ। ਬੰਦੇ ਭੇਜੇ, ਉਹਨਾਂ ਨੇ ਬਾਹਰ ਮੁਕਾਬਲਾ ਕੀਤਾ ਡਟ ਕੇ, ਗਹਿ ਗੱਡਵੀਂ ਲੜਾਈ ਹੋਈ। ਇਹਦੀ ਘਰ ਵਾਲੀ ਆਈ ਕੋਲੇ, ਕਹਿੰਦੀ ਤੂੰ ਕਿਵੇਂ ਖੁਸਰਿਆਂ ਵਾਂਗੂ ਅੰਦਰ ਲੁੱਕ ਕੇ ਬਹਿ ਗਿਆ? ਕਹਿੰਦੀ ਇੰਨਾ ਹੀ ਡਰ ਲੱਗਦਾ ਨਾ, ਆ ਮੇਰੇ ਵਾਲੀ ਘੱਗਰੀ ਤੂੰ ਪਾ ਲੈ, ਜਨਾਨਾ ਵਸਤਰ ਧਾਰਨ ਕਰ ਲੈ, ਜੇ ਤੂੰ ਮਰਦ ਨਹੀਂ ਹੈ ਤੇ ਮੈਂ ਮਰਦਾਂ ਵਾਲੇ ਵਸਤਰ ਪਾ ਕੇ ਕਿਰਪਾਨ ਫੜ ਕੇ ਜਾਨੀ ਆ, ਸ਼ਰੀਕ ਬੂਹੇ ਤੇ ਢੁੱਕਿਆ ਹੋਵੇ ਆ ਕੇ ਚੜ੍ਹਾਈ ਕਰਕੇ, ਤੇ ਤੂੰ ਅੰਦਰ ਲੁੱਕ ਕੇ ਬੈਠਾ ਰਹੇ। ਬਸ ਜਦੋਂ ਆਹ ਤਾਨਾ ਮਾਰਿਆ ਨਾ, ਖਾਲਸਾ ਜੀ ਉਸ ਵੇਲੇ ਦਿਲ ਨੂੰ ਚੀਰ ਗਏ ਘਰ ਵਾਲੀ ਦੇ ਬੋਲ। ਸਤਿਗੁਰੂ ਦੇ ਬਚਨ ਤਾਂ ਇੱਕ ਪਾਸੇ ਰਹਿ ਗਏ, ਬਾਹਰ ਨਿਕਲਿਆ, ਸਤਿਗੁਰੂ ਦੇ ਬਚਨ ਤੋਂ ਬੇਮੁਖ ਹੋਇਆ। ਜੇ ਕੋ ਗੁਰ ਦੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ। ਗੁਰਮੁਖ ਪਿਆਰਿਓ, ਬਾਹਰ ਨਿਕਲਦੇ ਤੇ ਗੋਲੀ ਵੱਜ ਗਈ, ਉੱਥੇ ਹੀ ਚੜ੍ਹਾਈ ਕਰ ਗਿਆ, ਡਿੱਗ ਪਿਆ ਧਰਤੀ ਤੇ। ਕੋਈ ਮਨੁੱਖ ਨੱਠਿਆ ਸਤਿਗੁਰੂ ਪਾਤਸ਼ਾਹ ਦੇ ਕੋਲ ਗਿਆ, ਕਹਿੰਦਾ ਮਹਾਰਾਜ ਕਪੂਰੇ ਦਾ ਭਤੀਜਾ ਕਪੂਰੇ ਨੇ ਮਾਰ ਦਿੱਤਾ, ਜਿਹੜਾ ਰਾਤ ਸੇਵਾ ਵਿੱਚ ਆਇਆ ਸੀ। ਮਹਾਰਾਜ ਸੱਚੇ ਪਾਤਸ਼ਾਹ ਕਲਗੀਧਰ ਇਉਂ ਮੁੱਠੀ ਬੰਦ ਕਰਕੇ ਬੈਠੇ। ਕਿਉਂ? ਜਦੋਂ ਉਹਦੀ ਰੂਹ ਨਿਕਲੀ, ਸਤਿਗੁਰੂ ਨੇ ਉਹਦੀ ਜਿੰਦ ਨੂੰ ਮੁੱਠੀ ਵਿੱਚ ਫੜ ਲਿਆ। ਮਹਾਰਾਜ ਦਾ ਖਿਆਲ ਸੀ ਵੀ ਜਦੋਂ ਜਾਵਾਂਗੇ ਕੋਲ, ਉਸੇ ਵੇਲੇ ਉਹਦੇ ਵਿੱਚ ਜਾਨ ਪਾ ਕੇ ਸੁਰਜੀਤ ਕਰ ਦਿਆਂਗੇ। ਇਹ ਦੱਸਣ ਵਾਲਾ ਬੰਦਾ ਕਹਿੰਦਾ ਮਹਾਰਾਜ ਉਹ ਮਾਰ ਦਿੱਤਾ ਕਪੂਰੇ ਨੇ। ਕਹਿੰਦੇ ਨਹੀਂ ਭਾਈ, ਉਹ ਮਰਿਆ ਨਹੀਂ, ਜਿਉਂਦਾ। ਕਹਿੰਦਾ ਮਹਾਰਾਜ ਮੈਂ ਅੱਖੀਂ ਦੇਖਿਆ, ਉਹਦੀ ਤਾਂ ਲੋਥ ਚੱਕੀ ਫਿਰਦੇ ਸੀ, ਉਹ ਤਾਂ ਮਰ ਗਿਆ। ਮਹਾਰਾਜ ਕਹਿੰਦੇ ਭਾਈ ਮਰਿਆ ਨਹੀਂ, ਕਿਉਂ ਜਿਉਂਦੇ ਨੂੰ ਮਾਰਦਾ, ਕਿਉਂ ਮਾਰਨ ਤੇ ਤੁਲਿਆ ਹੋਇਆ? ਨਹੀਂ ਮਰਿਆ, ਉਹ ਜਿਉਂਦਾ। ਤੀਜੀ ਵਾਰੀ ਫੇਰ ਕਹਿੰਦਾ ਮਹਾਰਾਜ ਤੁਸੀਂ ਮੰਨੋ ਭਾਵੇਂ ਨਾ ਮੰਨੋ, ਉਹ ਕਪੂਰੇ ਨੇ ਮਾਰ ਦਿੱਤਾ ਹੈ, ਕਪੂਰੇ ਦਾ ਭਤੀਜਾ ਮਰ ਗਿਆ। ਮਹਾਰਾਜ ਕਹਿੰਦੇ ਫਿਰ ਚੰਗਾ ਜੇ ਉਹਨੂੰ ਮਾਰ ਕੇ ਖੁਸ਼ ਹੈ। ਮਹਾਰਾਜ ਨੇ ਮੁੱਠੀ ਖੋਲਤੀ, ਉਹ ਘੌਰ ਉਡਾਰੀ ਮਾਰ ਗਿਆ, ਕਹਿੰਦੇ ਆ ਚੱਕ, ਫਿਰ ਮਰ ਗਿਆ। ਕਹਿੰਦੇ ਸੋ ਇਹਨਾਂ ਦਾ ਬਰਗਾੜੀ ਵਾਲਿਆਂ ਦਾ ਬੰਦਾ ਆਪਣਾ ਭਤੀਜਾ ਕਪੂਰੇ ਨੇ ਮਾਰਿਆ ਸੀ, ਆਪਸ ਵਿੱਚ ਲੱਗਦੀ ਸੀ। ਸ੍ਰੀ ਦਮਦਮਾ ਸਾਹਿਬ ਸਿੱਖ ਦੱਸ ਰਿਹਾ, ਕਹਿੰਦਾ ਮਹਾਰਾਜ ਮੇਲਾ ਲੱਗਿਆ ਹੋਇਆ ਸੋਢੀ ਕੌਲ ਰਾਏ ਦੇ, ਬੜੀ ਉਹਦੀ ਪੂਜਾ ਹੁੰਦੀ ਹੈ, ਤੇ ਉੱਥੇ ਦੋਵੇਂ ਧਿਰਾਂ ਬਰਗਾੜੀ ਵਾਲੇ ਵੀ ਚਲੇ ਗਏ ਤੇ ਕਪੂਰਾ ਵੀ ਚਲਿਆ ਗਿਆ। ਦੋਵੇਂ ਧਿਰਾਂ ਨੇ ਰੱਜ ਕੇ ਸ਼ਰਾਬ ਪੀਤੀ, ਸ਼ਰਾਬ ਪੀ ਕੇ ਪਿਛਲਾ ਵੈਰ ਚੇਤੇ ਕੀਤਾ ਤੇ ਲੜ ਪਏ ਆਪਸ ਵਿੱਚ। ਡਾਂਗੋ ਸੋਟੀ ਹੋ ਗਏ, ਗੋਲੀਆਂ ਚੱਲ ਪਈਆਂ, ਭਿਅੰਕਰ ਲੜਾਈ ਹੋ ਗਈ ਘਮਸਾਨ। ਇੱਧਰ ਸੋਢੀ ਕੌਲ ਰਾਏ ਨੇ ਆਪਣੇ ਪੋਤੇ ਸ੍ਰੀ ਰਾਮ ਨੂੰ ਭੇਜਿਆ ਵੀ ਜਾ ਕੇ ਇਹਨਾਂ ਨੂੰ ਹਟਾਓ, ਮੇਲੇ ਵਿੱਚ ਵਿਘਨ ਪਾਉਂਦੇ ਆ। ਉਹ ਗਿਆ, ਕਹਿੰਦਾ ਬਰਾੜੋ ਜੱਟੋ, ਕਹਿੰਦਾ ਇੱਥੇ ਕਾਹਨੂੰ ਖਰੂਦ ਪਾਇਆ ਗੁਰੂ ਘਰ ਵਿੱਚ ਆ ਕੇ, ਜਾਓ ਆਪੋ ਆਪਣੇ ਘਰੀ, ਉੱਥੇ ਜਾ ਕੇ ਲੜ ਲਓ, ਸਾਡਾ ਕਾਹਨੂੰ ਮੇਲਾ ਖਰਾਬ ਕਰਦੇ ਹੋ। ਜਦੋਂ ਆਹ ਗੱਲ ਆਖੀ, ਕਪੂਰੇ ਦੇ ਬੰਦਿਆਂ ਨੂੰ ਗੁੱਸਾ ਆਇਆ, ਉਹਨਾਂ ਨੇ ਨਿਸ਼ਾਨਾ ਸੇਧ ਕੇ ਗੋਲੀ ਮਾਰੀ। ਸੋਢੀ ਕੌਲ ਰਾਏ ਦਾ ਪੋਤਾ ਅਭੈ ਰਾਮ ਦਾ ਪੁੱਤ ਸ੍ਰੀ ਰਾਮ ਥਾਂ ਚਿੱਤ ਕਰਕੇ ਰੱਖ ਦਿੱਤਾ। ਕਿਸੇ ਨੇ ਆ ਕੇ ਦੱਸਿਆ, ਇਹ ਲਾਸ਼ ਚੁੱਕ ਲਿਆਏ, ਸੰਸਕਾਰ ਕਰਨ ਲੱਗੇ। ਸੋਢੀ ਕੌਲ ਰਾਏ ਨੂੰ ਕੁਝ ਹੋਰ ਮਾੜਾ ਮਹਿਸੂਸ ਹੋਇਆ ਅਪਸ਼ਗਨ।
ਕਹਿੰਦਾ ਮੇਰੇ ਤਨ ਨੂੰ ਨਾ ਬੜੀ ਤੱਤੀ ਲੋ ਲੱਗ ਰਹੀ ਹੈ, ਕੁਝ ਹੋਰ ਮਾੜਾ ਹੋਣ ਵਾਲਾ, ਸੰਸਕਾਰ ਨਾ ਕਰੋ, ਹਲੇ ਠਹਿਰ ਜਾ। ਐਨੇ ਨੂੰ ਇੱਕ ਹੋਰ ਦੂਜਾ ਬੰਦਾ ਆਇਆ, ਭੱਜਿਆ ਆਇਆ, ਆ ਕੇ ਖਬਰ ਦਿੱਤੀ, ਸੋਢੀ ਕੌਲ ਰਾਏ ਆ ਤੇਰਾ ਜਿਹੜਾ ਦੂਜਾ ਪੋਤਾ ਸੀ ਨਾ ਪ੍ਰਜਾਪਤ, ਉਹ ਵੀ ਕਪੂਰੇ ਦੇ ਬੰਦਿਆਂ ਨੇ ਮਾਰ ਦਿੱਤਾ। ਦੋ ਪੋਤੇ ਇਹਦੇ ਮਾਰ ਦਿੱਤੇ ਕਪੂਰੇ ਦੇ ਬੰਦਿਆਂ ਨੇ। ਅਭੈ ਰਾਮੇ ਦਾ ਪੁੱਤ ਸ਼ਰਾਪ ਦਿੰਦਾ ਹੈ, ਜਿਹੜਾ 10ਵੇਂ ਪਾਤਸ਼ਾਹ ਸ਼ਰਾਪ ਦੇ ਕੇ ਸੀ, ਕਹਿੰਦਾ ਸਤਿਗੁਰੂ ਦਾ ਸ਼ਰਾਪ ਪੂਰਾ ਹੋਵੇ, ਤੇਰੇ ਮੂੰਹ ਦੇ ਉੱਤੇ ਗੰਦਗੀ ਦਾ ਤੋਬਰਾ ਚਾੜ ਕੇ ਤੈਨੂੰ ਤੁਰਕ ਫਾਹਾ ਦੇ ਕੇ ਮਾਰਨ। ਦੁਬਾਰਾ ਉਹੀ ਵਚਨ ਕਰ ਦਿੱਤੇ ਜਿਹੜੇ 10ਵੇਂ ਪਾਤਸ਼ਾਹ ਕਰਕੇ ਗਏ ਸੀ। ਆਪਣੇ ਪੋਤਿਆਂ ਦੀ ਮੌਤ ਦਾ ਦੁੱਖ ਸੋਢੀ ਕੌਲ ਰਾਏ ਨੂੰ ਵੀ ਬੜਾ ਹੋਇਆ। ਇਹ ਸ਼ਰਾਪ ਸੁਣ ਕੇ ਕਪੂਰਾ ਬੜਾ ਡਰ ਗਿਆ। ਇੱਥੋਂ ਤੱਕ ਆਪਾਂ ਕੱਲ ਇਤਿਹਾਸ ਸਰਵਣ ਕਰ ਚੁੱਕੇ ਆ। ਅੱਗੇ ਜਿਵੇਂ ਸਤਿਗੁਰੂ ਜੀ ਦਾ ਇਤਿਹਾਸ ਆਉਂਦਾ ਹੈ, ਬੜੇ ਪਿਆਰ ਦੇ ਨਾਲ ਸਰਵਣ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੌਪਈ, ਪਾਣੀ ਦੇਵੈ ਰਹਿ ਨ ਕੋਈ। ਅਭੈ ਰਾਮ ਸ੍ਰੀ ਰਾਮ ਦਾ ਤੇ ਪ੍ਰਜਾਪਤ ਦਾ ਪਿਓ ਤੇ ਸੋਢੀ ਕੌਲ ਰਾਏ ਦਾ ਪੁੱਤ ਕਪੂਰੇ ਨੂੰ ਸ਼ਰਾਪ ਦਿੰਦਾ ਹੈ, ਕਹਿੰਦਾ ਤੈਨੂੰ ਤੁਰਕ ਮਾਰਨ ਫਾਹਾ ਦੇ ਕੇ, ਤੇਰੇ ਮੂੰਹ ਦੇ ਉੱਤੇ ਗੰਦਗੀ ਦਾ ਤੋਬਰਾ ਚਾੜਨ, ਬੁਰੇ ਹਾਲੀ ਤੂੰ ਮਰੇ, ਤੇਰੀ ਜੜ ਪੱਟੀ ਜਾਵੇ, ਤੂੰ ਮੇਰੇ ਪੁੱਤ ਮਾਰ ਦਿੱਤੇ ਐ। ਕਹਿੰਦੇ ਤੇਰੇ ਖਾਨਦਾਨ ਦਾ ਇਹੋ ਜਿਹਾ ਨਾਸ਼ ਹੋਵੇ ਵੀ ਕੋਈ ਪਾਣੀ ਦੇਣ ਵਾਲਾ ਵੀ ਨਾ ਬਾਕੀ ਬਚੇ। ਸਗਰੀ ਇੱਕ ਵਾਰੀ ਕਿਮ ਸੰਕਟ ਗੜ ਤੁਮ ਕੋਈ। ਇਸ ਤਰ੍ਹਾਂ ਦਾ ਸੰਕਟ ਤੇਰੇ ਤੇ ਆਵੇ, ਤੇਰੇ ਪਰਿਵਾਰ ਦੇ ਉੱਤੇ ਵੀ ਵਾਪਰੇ। ਭਇਓ ਸਰਾ ਸੁਣ ਕੈ ਪਛਤਾਇਓ। ਜਦੋਂ ਆਹ ਸ਼ਰਾਪ ਦੇ ਬਚਨ ਸੁਣੇ ਚੌਧਰੀ ਕਪੂਰਾ ਬੜਾ ਪਛਤਾਇਆ। ਉਸ ਤੋਂ ਬਾਅਦ ਬਹੁਤ ਸਮਾਂ ਲੰਘ ਗਿਆ। ਜਦੋਂ ਆਪਾਂ ਮੋਗੇ ਤੋਂ ਅੰਮ੍ਰਿਤਸਰ ਸਾਹਿਬ ਨੂੰ ਜਾਂਦੇ ਆ ਤਾਂ ਇਸ ਰੋਡ ਦੇ ਉੱਤੇ ਇੱਕ ਪਿੰਡ ਆਉਂਦਾ ਕੋਟ ਈਸੇ ਖਾਂ। ਜਿਵੇਂ ਚੌਧਰੀ ਦਾ ਕਪੂਰੇ ਦੇ ਨਾਂ ਤੇ ਕੋਟ ਕਪੂਰਾ ਵਸਿਆ ਸੀ ਨਾ, ਕੋਟ ਨਾਮ ਕਿਲੇ ਦਾ, ਇਹਨਾਂ ਨੇ ਕਿਲੇ ਬਣਾਏ ਹੁੰਦੇ ਸੀ ਆਪੋ ਆਪੋ। ਇਹ ਈਸੇ ਖਾਂ ਤੁਰਕ ਨੇ, ਪਠਾਨ ਨੇ ਵੀ ਆਪਣਾ ਕਿਲਾ ਬਣਾਇਆ ਹੋਇਆ, ਇਸ ਨਗਰ ਵਿੱਚ ਰਹਿੰਦਾ। ਉਹਦੇ ਨਾਂ ਤੇ, ਇਹਦਾ ਈਸੇ ਖਾਂ ਦੇ ਨਾਂ ਤੇ ਕੋਟ ਈਸੇ ਖਾਂ ਪਿੰਡ ਦਾ ਨਾਂ, ਇਹ ਨਗਰ ਦਾ। ਸੋ ਇੱਥੋਂ ਦਾ ਜਿਹੜਾ ਰਾਜਾ ਸੀ, ਤੁਰਕ ਸੀ, ਪਠਾਨ ਸੀ, ਈਸੇ ਖਾਂ, ਉਹ ਇੱਕ ਦਿਨ ਚੜ੍ਹਾਈ ਕਰਕੇ ਚੜ੍ਹ ਕੇ ਆਇਆ ਕਪੂਰੇ ਉੱਤੇ। ਉਹਨੇ ਕਪੂਰੇ ਦਾ, ਕੋਟ ਕਪੂਰੇ ਵਾਲਾ ਕਿਲਾ ਘੇਰ ਲਿਆ, ਆ ਕੇ ਜੰਗ ਮਚਾ ਦਿੱਤੀ, ਹਮਲਾ ਕਰ ਦਿੱਤਾ। ਇੰਨਾ ਜ਼ੋਰਦਾਰ ਹੱਲਾ ਬੋਲਿਆ ਵੀ ਹੱਲਾ ਬੋਲ ਕੇ ਸੂਰਮੇ ਦੇ ਨਾਲ ਦੇ ਜਿਹੜੇ ਇਹਦੇ ਫੌਜ ਦੇ ਬਹਾਦਰ ਸਿਪਾਹੀ ਸੀ, ਉਹਦੇ ਕਿਲੇ ਵਿੱਚ ਚੜ੍ਹ ਗਏ ਉੱਤੇ। ਜਦੋਂ ਕਪੂਰੇ ਦੇ ਬੰਦੇ ਇਹਨਾਂ ਨੇ ਮਾਰ ਦਿੱਤੇ, ਕਪੂਰਾ ਆਪਣੀ ਜਾਨ ਬਚਾਉਣ ਵਾਸਤੇ ਘੋੜਿਆਂ ਵਾਲੇ ਤਬੇਲੇ ਵਿੱਚ ਵੜ ਕੇ ਨਾ, ਜਿੱਥੇ ਘਾਹ ਦਾ ਬਹੁਤ ਢੇਰ ਲੱਗਿਆ ਹੋਇਆ ਸੀ, ਉਹ ਘਾਹ ਦੇ ਢੇਰ ਵਿੱਚ ਲੁਕ ਗਿਆ ਜਾਨ ਬਚਾਉਣ ਵਾਸਤੇ। ਇੱਧਰ ਜਿਹੜਾ ਈਸੇ ਖਾਨ ਸੀ, ਉਹਨੂੰ ਉਹਦੇ ਬੰਦੇ ਆ ਕੇ ਦੱਸਦੇ ਆ ਵੀ ਚੌਧਰੀ ਕਪੂਰਾ ਨਹੀਂ ਅੰਦਰ ਮਿਲਿਆ। ਕਹਿੰਦਾ ਹੈ ਅੰਦਰ ਹੀ, ਬਾਹਰ ਨਿਕਲਦਾ ਮੈਂ ਨਹੀਂ ਦੇਖਿਆ, ਅੰਦਰ ਹੀ ਕਿਤੇ ਲੁਕਿਆ ਹੋਣਾ। ਕਹਿੰਦਾ ਲੱਭੋ ਉਹਨੂੰ ਜਾ ਕੇ। ਕਹਿੰਦੇ ਭੱਜ ਨਾ ਪਾਵੇ ਇੱਥੋਂ, ਭੱਜ ਨਾ ਜਾਵੇ ਕਿਧਰੇ, ਉਹਨੂੰ ਜਾ ਕੇ ਖੋਜ ਲਓ, ਲੱਭ ਲਵੋ। ਇੱਧਰ ਬੰਦਿਆਂ ਨੇ ਖੋਜਿਆ ਉਹਨੂੰ ਸਾਰੇ ਕਿਲੇ ਵਿੱਚ, ਅੰਤ ਘਾਹ ਦੇ ਵਿੱਚੋਂ ਕੱਢ ਲਿਆ ਚੌਧਰੀ ਕਪੂਰਾ। ਗ੍ਰਿਫਤਾਰ ਕਰਕੇ ਈਸੇ ਖਾਂ ਦੇ ਕੋਲ ਲੈ ਆਏ। ਦੇਖ ਕੇ ਪਠਾਨ ਈਸੇ ਖਾਂ ਨੂੰ ਕਹਿੰਦਾ ਆਪਣੇ ਆਪ ਨੂੰ ਸੂਰਮਾ ਕਹਾਉਂਦਾ ਹੈ ਕਪੂਰਿਆ ਤੂੰ, ਪਰ ਕਹਿੰਦਾ ਤੂੰ ਨਾਂ ਦਾ ਹੀ ਸੂਰਮਾ, ਤੂੰ ਤਾਂ ਇੱਲਾਂ ਕੁੱਕੜਾਂ ਵਾਂਗੂ ਲੁਕਦਾ ਫਿਰਦਾ, ਤੂੰ ਕਿਹੜਾ ਸੂਰਮਾ, ਤੂੰ ਤਾਂ ਜਾਨਵਰਾਂ ਵਰਗਾ ਹੈ। ਕਹਿੰਦਾ ਤੂੰ ਤਾਂ ਜਿਹੜੇ ਬਾਜ ਰੱਖਦਾ ਸੀ ਜਾਂ ਘੋੜ ਸਵਾਰੀ ਕਰਦਾ ਸੀ, ਘੋੜਿਆਂ ਤੇ ਚੜ੍ਹ ਕੇ ਸ਼ਿਕਾਰ ਖੇਡਦਾ ਸੀ, ਸਾਰੇ ਕਾਸੇ ਨੂੰ ਤੂੰ ਤਾਂ ਲੱਜੇ ਹੀ ਲਵਾ ਦਿੱਤੀ ਹੈ।
ਇਉਂ ਕਹਿ ਕੇ ਉਹਨੂੰ ਕੈਦ ਕਰ ਲਿਆ, ਗ੍ਰਿਫਤਾਰ ਕਰਵਾ ਲਿਆ। ਈਸੀ ਖਾਨ ਪੂਜ ਕਰ ਦੀਨ। ਸੋ ਈਸੇ ਖਾਨ ਨੇ ਇਉਂ ਉਹਨੂੰ ਕੈਦ ਕਰਕੇ ਆਪਣੇ ਰਸਤੇ ਵੱਲ ਕੂਚ ਕਰ ਦਿੱਤਾ, ਆਪਣੇ ਟਿਕਾਣੇ ਵੱਲ, ਕੋਟ ਈਸੇ ਖਾਨ ਵੱਲ ਹੋ ਤੁਰਿਆ। ਜਿੱਧਰ ਨੂੰ ਜਾਣਾ ਸੀ ਉਹ ਰਸਤਾ ਲੈ ਲਿਆ। ਰਸਤੇ ਵਿੱਚ ਜਾਂਦਾ ਜਾਂਦਾ ਇਹ ਈਸੇ ਖਾਨ ਪਠਾਨ ਸੋਚਦਾ ਹੈ, ਕਹਿੰਦਾ ਚੌਧਰੀ ਕਪੂਰੇ ਨੂੰ ਮੈਂ ਫੜਿਆ, ਇਹਨੂੰ ਫੜਨ ਦੇ ਨਾਲ ਮੈਨੂੰ ਕੀ ਹਾਸਲ ਹੋਵੇਗਾ। ਰਸਤੇ ਦੇ ਵਿੱਚ ਉਹਨੇ ਇੱਕ ਤਲਾਬ ਦੇਖਿਆ, ਉਜਾੜ ਜੇ ਦੇ ਵਿੱਚ ਇੱਕ ਤਲਾਬ ਬਣਿਆ ਹੋਇਆ, ਛੱਪੜ ਬਣਿਆ ਹੋਇਆ ਦੇਖਿਆ। ਉਸ ਵੇਲੇ ਉੱਥੇ ਖੜਾ ਹੋ ਕੇ ਈਸੇ ਖਾਨ ਪਠਾਨ ਕਹਿਣ ਲੱਗਾ, ਆਪਣੇ ਸਿਪਾਹੀਆਂ ਨੂੰ ਕਹਿੰਦਾ ਵੀ ਆ ਕਪੂਰੇ ਜੱਟ ਨੂੰ ਆਪਣੇ ਨਾਲ ਗ੍ਰਿਫਤਾਰ ਕਰਕੇ ਲੱਦਿਆ ਹੋਇਆ ਗੱਡੇ ਵਿੱਚ, ਇਹਨੇ ਆਪਾਂ ਨੂੰ ਕੀ ਦੇ ਦੇਣਾ ਹੈ। ਉਹ ਕਹਿੰਦੇ ਜੀ ਫਿਰ ਛੱਡ ਦਈਏ। ਕਹਿੰਦਾ ਨਹੀਂ ਛੱਡਣਾ ਨਹੀਂ, ਆਛੀ ਬਾਤ ਨਾ ਸ਼ੋਰਨ, ਇਹਨੂੰ ਛੱਡਣਾ ਵੀ ਚੰਗੀ ਗੱਲ ਨਹੀਂ ਹੋਵੇਗੀ। ਅੱਜ ਛੱਡ ਦਿੱਤਾ, ਕੱਲ ਨੂੰ ਕੋਈ ਹੋਰ ਨਵਾਂ ਪੁਆੜਾ ਖੜਾ ਕਰੂਗਾ ਆਪਣੇ ਵਾਸਤੇ, ਇਸ ਕਰਕੇ ਇਹਨੂੰ ਛੱਡਣਾ ਵੀ ਨਹੀਂ ਹੈ। ਕਹਿੰਦਾ ਆਹ ਸਾਹਮਣੇ ਜਿਹੜਾ ਦਰਖਤ ਖੜਾ ਨਾ, ਇੱਕ ਜੰਡ ਦਾ ਦਰਖਤ ਸੀ, ਉਹਦੇ ਵੱਲ ਇਸ਼ਾਰਾ ਕੀਤਾ। ਕਹਿੰਦਾ ਇਹਦੇ ਗਲ ਵਿੱਚ ਪਾਓ ਰੱਸਾ ਤੇ ਇਹਨੂੰ ਇੱਥੇ ਫਾਹਾ ਦੇ ਕੇ ਮਾਰ ਦੇਵੋ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਸਿੱਖ ਦੱਸ ਰਹੇ ਐ, ਕਹਿੰਦੇ ਉਹ ਪਠਾਨ ਦਾ ਈਸੇ ਖਾਨ ਦਾ ਹੁਕਮ ਸੁਣ ਕੇ ਉਹਦੇ ਬੰਦੇ ਜਿਹੜੇ ਅੱਗੇ ਵਧੇ, ਫਾਹੇ ਵਾਸਤੇ ਕਪੂਰੇ ਨੂੰ ਸਾਹਮਣੇ ਖੜਾ ਕਰ ਲਿਆ, ਫਾਹੇ ਦਾ ਰੱਸਾ ਉਹਨਾਂ ਨੇ ਤਿਆਰ ਕਰ ਲਿਆ। ਜਦੋਂ ਸਾਹਮਣੇ ਮੌਤ ਵੇਖੀ ਤੇ ਕਪੂਰਾ ਬੜਾ ਦੁਖੀ ਹੋ ਗਿਆ, ਕਿਉਂਕਿ ਮੌਤ ਸਾਹਮਣੇ ਹੋਵੇ ਤੇ ਗੁਰਮੁਖ ਹਰੇਕ ਹੀ ਦੁਖੀ ਹੁੰਦਾ। ਸਾਹਮਣੇ ਮੌਤ ਦਿਸਦੀ ਹੋਵੇ ਕੌਣ ਸੁਖੀ ਹੋਵੇਗਾ, ਕੌਣ ਹੱਸੇਗਾ। ਹਰੇਕ ਦਾ ਮਨ ਦੁਖੀ ਹੁੰਦਾ ਹੈ। ਮੌਤ ਦੇ ਤਾਂ ਨਾਂ ਤੋਂ ਹੀ ਡਰ ਲੱਗਦਾ ਹੈ, ਤੇ ਜਦੋਂ ਗੁਰਮੁਖੋਂ ਸਾਹਮਣੇ ਮੌਤ ਹੋਵੇ ਕੌਣ ਸਾਹਮਣਾ ਕਰੇ। ਹੁਣ ਗੁਰੂ ਮਹਾਰਾਜ ਜੀ ਦੇ ਬਚਨ ਸੱਤ ਹੋ ਰਹੇ ਆ, ਪਿੱਛੇ ਬਚਨ ਸੱਤ ਹੋ ਗਏ। ਜਿਹੜਾ ਮਹਾਰਾਜ ਨੇ ਆਖਿਆ ਸੀ ਵੀ ਤੇਰਾ ਸੋਢੀ ਕੌਲ ਰਾਏ ਤੇਰਾ ਪੇਟ ਇੱਕ ਪੂਰਾ ਪਾੜੂ, ਦੋ ਪੋਤੇ ਉਹਦੇ ਮਾਰ ਦਿੱਤੇ ਤੇ ਉਹਦਾ ਪੇਟ ਤਾਂ ਆਪੇ ਪਟ ਗਿਆ। ਉਹਨਾਂ ਨੇ ਕਪੂਰੇ ਨੂੰ ਸ਼ਰਾਪ ਦੇ ਦਿੱਤਾ, ਉਹ ਕਪੂਰੇ ਦੀਆਂ ਜੜਾਂ ਪੱਟਤੀਆਂ। ਗੁਰੂ ਮਹਾਰਾਜ ਜਿਹੜੇ ਬਚਨ ਕਰਕੇ ਗਏ, ਤੇਰੇ ਮੂੰਹ ਦੇ ਉੱਤੇ ਗੰਦਗੀ ਦਾ ਖੇਹ ਦਾ ਤੋਬਰਾ ਚੜਾ ਕੇ ਤੁਰਕ ਤੈਨੂੰ ਫਾਹਾ ਦੇ ਕੇ ਮਾਰਨਗੇ, ਉਹ ਸਾਰੀ ਤਿਆਰੀ ਹੋ ਗਈ। ਸਾਹਮਣੇ ਮੌਤ ਫਾਹਾ ਦੇਖ ਕੇ ਕਪੂਰਾ ਬੜਾ ਦੁਖੀ ਹੋਇਆ। ਉਹਨੇ ਹੱਥ ਬੰਨੇ, ਕਹਿੰਦਾ ਜੀ ਮੇਰੀ ਆਖਰੀ ਇੱਛਾ ਪੂਰੀ ਕਰ ਦੇ। ਉਹ ਕਹਿੰਦੇ ਦੱਸ। ਕਹਿੰਦਾ ਜੀ ਪਹਿਲਾਂ ਤਾਂ ਜਿਹੜਾ ਤਾਲ ਬਣਿਆ ਹੋਇਆ ਨਾ ਸਰੋਵਰ ਛੱਪੜ, ਮੈਨੂੰ ਇੱਥੇ ਇਸ਼ਨਾਨ ਕਰ ਲੈਣ ਦੇਵੋ। ਉਸ ਤੋਂ ਬਾਅਦ ਕਹਿੰਦਾ ਇੱਕ ਕੰਮ ਹੋਰ ਕਰਿਓ, ਮੇਰੇ ਮੂੰਹ ਦੇ ਉੱਤੇ ਗੰਦਗੀ ਦਾ ਤੋਬਰਾ ਕਿਸੇ ਲਿਫਾਫੇ ਕਿਸੇ ਬੋਰੇ ਵਿੱਚ ਨਾ, ਗੰਦਗੀ ਇੱਥੇ ਦੇਖ ਲਓ ਪਈ ਹੋਵੇਗੀ, ਉਹ ਇਕੱਠੀ ਕਰਕੇ ਮੇਰੇ ਮੂੰਹ ਵਿੱਚ ਪਾਇਓ ਤੇ ਮੇਰੇ ਮੂੰਹ ਦੇ ਉੱਤੇ ਚੜਾ ਕੇ ਨਾ ਉਹ ਤੋਬਰਾ ਗੰਦਗੀ ਵਾਲਾ, ਫਿਰ ਮੈਨੂੰ ਫਾਹੇ ਲਾਇਓ। ਉਸ ਵੇਲੇ ਕਹਿਣ ਲੱਗਾ ਕਿ ਇਸੇ ਜਗ੍ਹਾ ਦੇ ਉੱਤੇ ਮੈਨੂੰ ਫਿਰ ਫਾਹਾ ਦੇ ਦਿਓ। ਉਹ ਕਿਸੇ ਬੰਦੇ ਨੇ ਪੁੱਛਿਆ, ਕਹਿੰਦੇ ਵੀ ਤੂੰ ਮਰਨਾ ਤਾਂ ਹੈਗਾ ਹੀ ਹੈ, ਤੈਨੂੰ ਫਾਹਾ ਅਸੀਂ ਦੇ ਦੇਣਾ, ਪਰ ਕਹਿੰਦੇ ਆ ਜਿਹੜੀਆਂ ਗੱਲਾਂ ਤੂੰ ਕਰਦਾ ਇਹ ਕਿਉਂ ਕਹਿ ਰਿਹਾ ਹੈ। ਕਹਿੰਦੇ ਨਹਾਉਣਾ ਤਾਂ ਵਾਜਬ ਹੈ, ਨਹਾਉਣਾ ਤਾਂ ਠੀਕ ਹੈ ਵੀ ਚੱਲ ਤੂੰ ਮਰਨ ਲੱਗਿਆ ਇਸ਼ਨਾਨ ਕਰਨਾ ਚਾਹੁੰਦਾ, ਉਹ ਤਾਂ ਠੀਕ ਹੈ ਵੀ ਤੂੰ ਪਰਲੋਕ ਵਿੱਚ ਜਾਣਾ, ਇਸ਼ਨਾਨ ਕਰਕੇ ਮਰ ਜਾਏਗਾ, ਤੈਨੂੰ ਫਾਹਾ ਦੇ ਦਈਏ, ਇਹ ਤੇਰੀ ਆਖਰੀ ਇੱਛਾ ਠੀਕ ਹੈ, ਪਰ ਜਿਹੜਾ ਤੂੰ ਕਹਿੰਦਾ ਵੀ ਗੰਦਗੀ ਦਾ ਤੋਬਰਾ ਮੇਰੇ ਮੂੰਹ ਦੇ ਉੱਤੇ ਚਾੜੋ, ਇਹ ਕਿਉਂ ਕਹਿ ਰਿਹਾ ਹੈ। ਉਹਨਾਂ ਨੂੰ ਫਿਰ ਇਹ ਚੌਧਰੀ ਕਪੂਰਾ ਦੱਸਦਾ ਹੈ, ਕਹਿੰਦਾ ਮੇਰੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਮੈਨੂੰ ਇਸ ਤਰ੍ਹਾਂ ਸ਼ਰਾਪ ਦਿੱਤਾ ਹੈ ਕਿ ਖੇਹ ਦਾ ਤੋਬਰਾ ਤੇਰੇ ਮੂੰਹ ਦੇ ਉੱਤੇ ਚਾੜ ਕੇ ਤੈਨੂੰ ਫਾਹਾ ਦੇ ਕੇ ਤੁਰਕ ਮਾਰਨਗੇ। ਕਹਿੰਦਾ ਬਾਕੀ ਤਾਂ ਸਾਰੀ ਗੱਲਬਾਤ ਬਣ ਗਈ ਆ, ਫਾਹਾ ਦੇਣ ਵਾਲੀ ਤਾਂ ਜਿਵੇਂ ਸਤਿਗੁਰੂ ਨੇ ਕਿਹਾ ਸੀ, ਬਚਨ ਉਹਨਾਂ ਦੇ ਹੋ ਗਏ 7।
ਆਈ। ਪਰ ਹਲੇ ਤੱਕ ਤੁਸੀਂ ਉਹ ਗੰਦਗੀ ਵਾਲਾ ਤੋਬਰਾ ਬੋਰੇ ਵਿੱਚ ਗੰਦਗੀ ਪਾ ਕੇ ਨਹੀਂ ਲੈ ਕੇ ਆਏ। ਓ ਭਗਵਾਈ ਦਿਓ ਮੁਝ ਫਾਸੀ। ਪਹਿਲਾਂ ਕਹਿੰਦਾ ਉਹ ਮੰਗਾ ਲਓ ਤੇ ਫਿਰ ਬਾਅਦ ਵਿੱਚ ਮੈਨੂੰ ਫਾਂਸੀ ਦੇ ਦੇਣਾ। ਗੁਰੂ ਅਬਿਨਾਸੀ। ਮੇਰੇ ਪੂਰਨ ਗੁਰੂ ਦੇ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ। ਕਲਗੀਧਰ ਸਤਿਗੁਰ ਪਾਤਸ਼ਾਹ ਪੂਰੇ ਗੁਰੂ ਹੈ। ਮੇਰੇ ਪੂਰੇ ਗੁਰੂ ਦੇ ਬਚਨ ਪੂਰੇ ਹੋਣਗੇ। ਮੇਰਾ ਗੁਰੂ ਵੀ ਨਾਸ਼ ਤੋਂ ਰਹਿਤ ਹੈ ਤੇ ਉਹਦੇ ਬਚਨ ਵੀ ਨਾਸ਼ ਤੋਂ ਰਹਿਤ ਹੈ। ਜਲ ਬਸਦਾ ਗਿਰ ਪਵਨ ਜਾਏਗੋ, ਇੱਕ ਸਾਧ ਬਚਨ ਅਟਲਾਦਾ। ਗੁਰੂ ਦਾ ਵਾਕ ਹਮੇਸ਼ਾ ਅਟਲ ਹੈ। ਉਸ ਵੇਲੇ ਆਖਿਆ ਜੇਕਰ ਕਹਿੰਦਾ ਤੁਸੀਂ ਤੋਬਰਾ ਮੇਰੇ ਮੂੰਹ ਦੇ ਉੱਤੇ ਗੰਦਗੀ ਦਾ ਨਹੀਂ ਚੜਾਉਂਦੇ, ਫਿਰ ਕਹਿੰਦਾ ਮੈਨੂੰ ਫੇਰ ਜਨਮ ਲੈਣਾ ਪਊ। ਗੁਰੂ ਦਾ ਬਚਨ ਤਾਂ ਪੂਰਾ ਹੋਣਾ ਹੀ ਹੈ ਨਾ, ਗੁਰੂ ਦਾ ਬਚਨ ਟਲਣ ਵਾਲਾ ਨਹੀਂ। ਤੇ ਇਸ ਕਰਕੇ ਫਿਰ ਮੈਨੂੰ ਕਿਸੇ ਹੋਰ ਜਨਮ ਦੇ ਵਿੱਚ ਕਿਸੇ ਹੋਰ ਜਗ੍ਹਾ ਜਨਮ ਲੈ ਕੇ ਐਵੇਂ ਮਰਨਾ ਪਊਗਾ। ਇਸ ਕਰਕੇ ਤੁਸੀਂ ਕਿਰਪਾ ਕਰੋ, ਹੁਣੇ ਮੇਰੇ ਗੁਰੂ ਦੇ ਆ ਬਚਨ ਪੂਰੇ ਕਰ ਦਿਓ। ਤੁਰਕਾਂ ਨੇ ਸੁਣ ਕੇ ਉਸੇ ਤਰ੍ਹਾਂ ਹੀ ਕੀਤਾ। ਇਹਦੇ ਮੂੰਹ ਵਿੱਚ ਗੰਦਗੀ ਦਾ ਉਹ ਜਿਹੜਾ ਤੋਬਰਾ ਸੀ ਦਿੱਤਾ, ਗੰਦਗੀ ਦਾ ਭਰ ਕੇ ਬੋਰਾ ਇਹਦੇ ਮੂੰਹ ਦੇ ਉੱਤੇ ਚਾੜ ਦਿੱਤਾ, ਗੰਦਗੀ ਇਹਦੇ ਮੂੰਹ ਵਿੱਚ ਪਾਈ। ਗਲੇ ਦੇ ਵਿੱਚ ਜੇਵਰਾ ਰੱਸਾ ਪਾ ਕੇ ਇਹਨੂੰ ਦਰਖਤ ਦੇ ਨਾਲ ਲਟਕਾ ਦਿੱਤਾ। ਇਉਂ ਅਵਗਤ ਹੋ ਕੇ ਮਾੜੇ ਹਾਲੀ ਜਿਹੜਾ ਚੌਧਰੀ ਕਪੂਰਾ ਸੀ, ਗੁਰੂ ਤੋਂ ਬੇਮੁਖ ਹੋਣੇ ਕਰਕੇ ਇਹਨੇ ਆਪਣੀ ਜਾਨ ਗਵਾਈ। ਸਿੱਖ ਕਹਿੰਦੇ ਮਹਾਰਾਜ ਆਪ ਜੀ ਦਾ ਜਿਹੜਾ ਉਹਨੇ ਹੁਕਮ ਨਹੀਂ ਸੀ ਮੰਨਿਆ। ਉਹ ਮਹਾਮੂਰਖ ਕਪੂਰੇ ਚੌਧਰੀ ਨੇ ਬਹੁਤ ਕਸ਼ਟ ਉਠਾਏ, ਬੜਾ ਦੁਖੀ ਹੋ ਕੇ ਮਰਿਆ। ਇਉਂ ਸੁਣ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਮੁਖਾਰਬਿੰਦ ਤੋਂ ਕੁਝ ਬੋਲੇ ਨਹੀਂ, ਚੁੱਪ ਕਰ ਰਹੇ। ਕਿਉਂਕਿ ਸਤਿਗੁਰੂ ਜੀ ਦੇ ਬਚਨ ਭਾਈ ਇਹ ਤਾਂ ਅਮੋਘ ਬਾਣਾਂ ਦੀ ਤਰ੍ਹਾਂ ਹੈ। ਜਿਹੜੇ ਅਮੋਘ ਬਾਣ ਹੁੰਦੇ ਆ ਨਾ, ਮੰਤਰੇ ਹੋਏ ਤੀਰ, ਉਹ ਜਿਸ ਜਗ੍ਹਾ ਦੇ ਉੱਤੇ ਨਿਸ਼ਾਨਾ ਸਿੱਧਿਆ ਜਾਵੇ ਉੱਥੇ ਜਾ ਕੇ ਲੱਗਦੇ ਆ, ਉਹਨਾਂ ਦਾ ਨਿਸ਼ਾਨਾ ਉਕਦਾ ਨਹੀਂ ਹੁੰਦਾ। ਇਉਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਬਚਨ ਆ ਉਹ ਵੀ ਅਣਿਆਲੇ ਤੀਰ ਹੈ, ਅਮੋਘ ਤੀਰ ਹੈ, ਅਮੋਘ ਬਾਣ ਹੈ, ਉਹ ਟਲਦੇ ਨਹੀਂ ਹਨ। ਜਿਵੇਂ ਕਹਿੰਦੇ ਬ੍ਰਹਮ ਅਸਤਰ ਰਘੁਬਰ ਰਘੂ ਕੁਲ ਦੇ ਜਿਹੜੇ ਸ੍ਰੇਸ਼ਟ ਰਾਮਚੰਦਰ ਜੀ ਹੋਏ ਐ, ਉਹਨਾਂ ਕੋਲੇ ਮੰਤਰੇ ਹੋਏ ਤੀਰ ਹੁੰਦੇ ਸੀ। ਉਹ ਜਿੱਥੇ ਨਿਸ਼ਾਨਾ ਲਾਉਂਦੇ ਸੀ ਜਾ ਕੇ ਵੱਜਦਾ ਸੀ, ਉਹ ਟਲਦੇ ਨਹੀਂ ਸੀ। ਇਉਂ ਗੁਰੂ ਦੇ ਬਾਕ ਬਚਨ ਹਨ। ਔਰ ਰਾਮਚੰਦਰ ਜੀ ਦੇ ਜਿਹੜੇ ਤੀਰ ਜਾ ਕੇ ਦੁਸ਼ਮਣਾਂ ਦਾ ਨਾਸ਼ ਕਰਦੇ ਸੀ, ਉਹ ਨਿਸਫਲ ਨਹੀਂ ਸੀ ਜਾਂਦੇ। ਇਸੇ ਤਰ੍ਹਾਂ ਗੁਰੂ ਦਾ ਬਚਨ ਕਦੇ ਨਿਸਫਲ ਨਹੀਂ ਜਾਂਦਾ, ਉਹ ਫਲੀਭੂਤ ਜ਼ਰੂਰ ਹੁੰਦਾ ਹੈ। ਗੁਰੂ ਦੇ ਬਚਨਾਂ ਨੂੰ ਹਟਾਉਣ ਵਾਸਤੇ, ਟਾਲਣ ਵਾਸਤੇ ਕੋਈ ਵੀ ਸਮਰੱਥ ਨਹੀਂ ਹੈ। ਸੋ ਭਾਵੇਂ ਕੋਈ ਸੁਮੇਰ ਪਰਬਤ ਦੀ ਓਟ ਲੈ ਲੇ, ਪਰਬ ਪਹਾੜ ਦੇ ਓਲੇ ਹੋ ਜੇ, ਤਾਂ ਵੀ ਕੋਈ ਬਚਾ ਨਹੀਂ ਹੈ ਗੁਰੂ ਦੇ ਬਚਨਾਂ ਤੋਂ। ਬਰਾੜ ਜਿਹੜੇ ਸੀ ਸਤਿਗੁਰੂ ਜੀ ਦੇ ਬਚਨਾਂ ਦਾ, ਜਦੋਂ ਉਹਨਾਂ ਨੇ ਸੁਣਿਆ ਵੀ ਸਤਿਗੁਰੂ ਦਾ ਬਚਨ ਕਦੇ ਆਲਾ ਨਹੀਂ ਜਾਂਦਾ, ਤਾਂ ਬੜੇ ਡਰ ਦੇ ਸਾਥ, ਡਰ ਦੇ ਨਾਲ ਔਰ ਬੜੀ ਸ਼ਰਧਾ ਮਨ ਵਿੱਚ ਧਾਰ ਕੇ ਕਲਗੀਆਂ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ ਮੱਥਾ ਟੇਕਦੇ ਹਨ। ਸੋ ਇਸ ਪ੍ਰਕਾਰ ਸਤਿਗੁਰ ਸੱਚੇ ਪਾਤਸ਼ਾਹ ਜੀ ਹੋਰ ਬਹੁਤ ਜ਼ਿਆਦਾ ਦਿਨ ਉੱਥੇ ਟਿਕੇ ਹਨ। ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਇਹ ਦਮਦਮਾ ਸਾਹਿਬ ਦੀ ਧਰਤੀ ਉੱਤੇ ਵਸਦੇ ਐ, ਜਿਹੜੇ ਸੋਢੀ ਕੁਲ ਦੇ ਸਰਮੌਰ ਹਨ। ਸੋਢੀ ਕੁਲ ਦੇ ਵਿੱਚੋਂ ਵੱਡੇ ਹਨ ਸਤਿਗੁਰ ਸੱਚੇ ਪਾਤਸ਼ਾਹ ਜੀ, ਸੋਢੀ ਕੁਲ ਦੇ ਕੁਲ ਭੂਸ਼ਣ ਹਨ ਗੁਰੂ ਗੋਬਿੰਦ ਸਿੰਘ ਮਹਾਰਾਜ। ਇੱਧਰ ਜਿਹੜਾ ਅਭੈ ਰਾਮ ਹੈ, ਸੋਢੀ ਕੌਲ ਰਾਏ ਦਾ ਪੁੱਤ, ਆਪਣੇ ਪੁੱਤਰਾਂ ਦੇ, ਦੋ ਪੁੱਤਾਂ ਦੇ ਮਾਰੇ ਜਾਣ ਕਰਕੇ ਬੜੇ ਸ਼ੋਕ ਦੇ ਵਿੱਚ, ਬੜੇ ਦੁੱਖ ਦੇ ਵਿੱਚ ਹੈ। ਜੁਗ ਨਾਮ ਦੋ ਦਾ ਹੈ। ਆਪਾਂ ਸ਼ਬਦ ਪੜ੍ਹਦੇ ਆ ਨਾ ਭਾਈ ਗੁਰਦਾਸ ਜੀ ਦੇ, ਜਦੋਂ ਛੇਵੇਂ ਪਾਤਸ਼ਾਹ ਜੀ ਨੂੰ ਸੰਗਤਾਂ ਪੁੱਛਦੀਆਂ ਮਹਾਰਾਜ ਅਗਾਂਹ ਕਿੰਨੇ ਜਾਮੇ ਧਾਰਨ ਕਰਨੇ ਆ, ਸਤਿਗੁਰੂ ਜੀ ਉੱਥੇ ਵੀ ਬਚਨ ਕਰਦੇ ਆ, ਜੁਗ ਜੁਗ ਸਤਿਗੁਰ ਧਰੇ ਅਵਤਾਰੀ। ਜੁਗ ਅਤੇ ਜੁਗ, ਦੋ ਅਤੇ ਦੋ, ਭਾਵ ਚਾਰ ਜਾਮੇ ਅਸੀਂ ਛੇਵੇਂ ਜਾਮੇ ਤੋਂ ਬਾਅਦ ਹੋਰ 10ਵੇਂ ਜਾਮੇ ਤੱਕ ਧਾਰਨ ਕਰਾਂਗੇ।
ਸੋ ਜੁਗ ਨਾਮ ਦੋ ਦਾ ਹੈ। ਸੋ ਇੱਥੇ ਵੀ ਇਹ ਜੁਗ ਸ਼ਬਦ ਆਇਆ ਵੀ ਉਹਦੇ ਜਿਹੜੇ ਜੁਗ ਪੁੱਤਰ, ਭਾਵ ਦੋ ਪੁੱਤਰ ਉਹਦੇ ਅਭੈ ਰਾਮ ਦੇ ਜਿਹੜੇ ਇਹਨਾਂ ਚੌਧਰੀਆਂ ਨੇ, ਕਪੂਰੇ ਵਰਗੇ ਬਰਾੜਾ ਨੇ, ਜੱਟਾਂ ਨੇ ਮਾਰ ਦਿੱਤੇ ਸਨ। ਇਸ ਕਰਕੇ ਬਹੁਤ ਸਾਰੇ ਇਹ ਸੋਗ ਦੇ ਵਿੱਚ ਹੈ। ਇੱਕ ਦਿਨ ਇਹ ਭੋਜਨ ਛਕਣ ਵਾਸਤੇ ਬੈਠਾ ਹੈ, ਖਾਣਾ ਖਾਣ ਲੱਗਿਆ ਹੈ। ਉਧਰ ਆਕਾਸ਼ ਦੇ ਵਿੱਚ ਮੀਂਹ ਦੇ ਭਰੇ ਹੋਏ ਬੱਦਲ ਗਰਜੇ, ਮੀਂਹ ਪਾਉਣ ਵਾਸਤੇ ਬੱਦਲਾਂ ਦੀ ਗੜਗੜਾਹਟ ਹੋਈ। ਇਹਨੂੰ ਨਾ ਹੁਣ ਦੁਖੀ ਬੰਦੇ ਨੂੰ ਕੁਝ ਚੰਗਾ ਨਹੀਂ ਲੱਗਦਾ, ਪੁੱਤ ਚੜ੍ਹਾਈ ਕੀਤੇ ਹੋਣ, ਬੱਦਲਾਂ ਦੀ ਗਰਜ ਉਹਨੂੰ ਆਵਾਜ਼ ਚੰਗੀ ਨਾ ਲੱਗੀ। ਬੱਦਲਾਂ ਦੇ ਗਰਜਣ ਨੂੰ ਨਾ ਇਹਨੇ ਬੜਾ ਦੁਖੀ ਮਨ ਦੇ ਨਾਲ ਲਿਆ। ਬੱਦਲਾਂ ਦੀ ਗੜਗੜਾਹਟ ਨੂੰ ਇਹ ਸਹਿ ਨਾ ਸਕਿਆ, ਬੜਾ ਦੁਖੀ ਹੋਇਆ ਮਨ ਵਿੱਚ। ਤੇ ਇੰਦਰ ਨੂੰ ਸੁਬੋਧਨ ਹੋ ਕੇ ਤਾਂ ਨੂੰ ਮੂੰਹ ਕਰਕੇ ਇਹ ਅਭੈ ਰਾਮ ਬੋਲਦਾ ਹੈ, ਕਹਿੰਦਾ ਮੈਨੂੰ ਤਾਂ ਸ਼ੋਕ ਹੈ, ਮੈਨੂੰ ਤਾਂ ਬੜਾ ਦੁੱਖ ਹੈ, ਮੇਰੇ ਦੋ ਪੁੱਤ ਮਾਰੇ ਗਏ ਹਨ। ਕਹਿੰਦਾ ਇੰਦਰਾ ਤੇਰੇ ਘਰ ਵਿੱਚ ਕਾਹਦੀ ਖੁਸ਼ੀ ਹੈ, ਕਾਹਦੀਆਂ ਵਧਾਈਆਂ ਹੋ ਰਹੀਆਂ? ਆ ਬੱਦਲ ਭੇਜ ਰਿਹਾ ਮੀਂਹ ਪਾਉਣ ਵਾਸਤੇ, ਬਿਜਲੀ ਚਮਕੀ ਜਾਂਦੀ ਹੈ, ਬੱਦਲਾਂ ਦੀ ਗੜਗੜਾਹਟ ਹੋ ਰਹੀ ਹੈ, ਤੈਨੂੰ ਕਾਹਦੀ ਖੁਸ਼ੀ ਹੈ? ਕਹਿੰਦਾ ਗਰਜ ਗਰਜ ਕੇ ਮੈਨੂੰ ਸੁਣਾਉਂਦਾ ਹੈ ਤੂੰ। ਕਹਿੰਦਾ ਜਿਹੜੀ ਮੇਰੇ ਅੰਦਰ ਪੀੜ ਹੈ, ਪੁੱਤਰਾਂ ਦੇ ਮਰਨ ਦਾ ਸੱਲ ਹੈ, ਕਹਿੰਦੇ ਤੈਨੂੰ ਕੋਈ ਦੁੱਖ ਨਹੀਂ ਇਸ ਦਾ। ਬੜਾ ਸ਼ੋਕ ਦੇ ਵਿੱਚ ਪਰੋਇਆ ਹੋਇਆ, ਗਮ ਦੇ ਵਿੱਚ ਬੈਠਿਆ ਹੋਇਆ ਹੈ ਔਰ ਬੜਾ ਪੀੜਤ ਹੈ, ਬੜਾ ਦੁਖੀ ਹੋ ਰਿਹਾ ਹੈ ਅਭੈ ਰਾਮ। ਕਿਉਂ ਦੁਖੀ ਹੋਏ ਨੇ ਵਚਨ ਕਰ ਦਿੱਤੇ, ਕਹਿੰਦਾ ਜਾਓ ਬਦਲੋ, ਹੁਣੇ ਹਟ ਜਾਓ ਇੱਥੋਂ ਤੇ ਮੁੜ ਕੇ ਦਿਖਾਈ ਨਾ ਦਿਓ। ਅਭੈ ਰਾਮ ਨੇ ਫਿਰ ਵੀ ਗੁਰੂ ਕੁਲ ਚੋਂ ਸੀ, ਗੁਰੂ ਪੁੱਤਰ ਸੀ, ਗੁਰੂਆਂ ਦੀ ਕੁਲ ਦੇ ਵਿੱਚੋਂ, ਬਾਬਾ ਪਿਰਥੀ ਚੰਦ ਦੀ ਕੁਲ ਦੇ ਵਿੱਚੋਂ ਸੀ। ਗੁਰੂ ਅਰਜਨ ਦੇਵ ਮਹਾਰਾਜ ਦਾ ਭਰਾ ਸੀ ਬਾਬਾ ਪਿਰਥੀ ਚੰਦ, ਗੁਰੂ ਰਾਮਦਾਸ ਮਹਾਰਾਜ ਦਾ ਪੁੱਤਰ ਸੀ, ਹੈ ਤਾਂ ਗੁਰੂਆਂ ਦੀ ਕੁਲ ਚੋਂ ਸੀ ਨਾ। ਵਚਨ ਸਤ ਹੋ ਗਏ, ਜਿਉਂ ਇਉਂ ਵਚਨ ਆਖੇ ਨਾ ਇਹਨੇ ਅਭੈ ਰਾਮ ਨੇ, ਤਾਂ ਉਸ ਵੇਲੇ ਕੀ ਵਾਪਰਿਆ? ਉਸੇ ਵੇਲੇ ਝਾੜ ਮਿਟ ਗਿਆ, ਜਿਹੜੀ ਝੜੀ ਲੱਗਣੀ ਸੀ, ਮੀਂਹ ਪੈਣਾ ਸੀ, ਉਹ ਦੂਰ ਹੋ ਗਿਆ, ਬਰਖਾ ਨਾ ਪਈ ਮੁੜ ਕੇ। ਬਹੁਤ ਸਮਾਂ ਐਵੇਂ ਹੀ ਲੰਘ ਗਿਆ, ਕਹਿ ਦਿੱਤਾ ਸੀ ਨਾ ਮੁੜ ਕੇ ਦਿਖਾਈ ਨਾ ਦਿਓ ਬੱਦਲੋ ਆ ਕੇ। ਸਾਰੇ ਇਲਾਕੇ ਦੇ ਵਿੱਚ ਕਾਲ ਪੈ ਗਿਆ, ਲੋਕ ਬੜੇ ਦੁਖੀ ਹੋਏ। ਬਹੁਤਾ ਹੀ ਸਮਾਂ ਬੀਤ ਗਿਆ, ਬੱਦਲ ਮੁੜ ਕੇ ਆਏ ਹੀ ਨਹੀਂ ਆਕਾਸ਼ ਵਿੱਚ। ਸੂਰਜ ਦੀ ਬੜੀ ਤਪਸ਼ ਹੈ, ਬੜੀ ਗਰਮੀ ਪੈਦਾ ਹੋ ਗਈ, ਸਾਰੇ ਮਨੁੱਖ ਬੜੇ ਦੁਖੀ ਹੋ ਗਏ। ਇਸ ਪ੍ਰਕਾਰ ਜਿਹੜਾ ਉਹਦਾ ਪ੍ਰਸੰਗ ਸੀ, ਇਹ ਸਾਰੀ ਵਾਰਤਾ ਸੀ। ਭਇਓ ਉਚਾਰਿਓ ਸਰੋਤਨ ਸੰਗ, ਸਰੋਤਿਆਂ ਦੇ ਨਾਲ ਕਵੀ ਜੀ ਕਹਿੰਦੇ ਮੈਂ ਇਹ ਲਿਖ ਦਿੱਤਾ ਹੈ, ਇਹ ਕਥਾ ਕਰਨ ਵਾਲੇ ਵਿਦਵਾਨ ਜਨੋ ਤੁਸੀਂ ਸਰੋਤਿਆਂ ਨੂੰ ਇਹ ਗੱਲ ਦੱਸਣੀ ਹੈ। ਔਰ ਇਸ ਤਰ੍ਹਾਂ ਦਾ ਜਿਹੜਾ ਸਾਰੀ ਸਰੋਤੇ ਸੰਗਤ ਬੈਠੀ ਸੀ ਸਤਿਗੁਰੂ ਜੀ ਦੇ ਚਰਨਾਂ ਵਿੱਚ, ਇਹ ਸਾਰੀ ਵਾਰਤਾ ਜਿਹੜੇ 10 ਸਿੱਖ ਆਏ ਸੀ ਭਾਈ ਡੱਲੇ ਦੇ ਪੁੱਛਣ ਤੇ ਦਮਦਮਾ ਸਾਹਿਬ ਦੀ ਧਰਤੀ ਦੇ ਉੱਤੇ, ਉਹਨਾਂ ਨੇ ਸਾਰਿਆਂ ਨੇ ਇਹ ਵਰਣਨ ਕੀਤੀ, ਇਹ ਸਾਰਾ ਪ੍ਰਸੰਗ ਦੱਸਿਆ। ਸਤਿਗੁਰ ਸੱਚੇ ਪਾਤਸ਼ਾਹ ਜੀ ਇਹ ਦਮਦਮਾ ਸਾਹਿਬ ਦੀ ਧਰਤੀ ਦੇ ਉੱਤੇ ਵਿਰਾਜ ਰਹੇ ਹਨ। ਬਹੁਤ ਸਾਰੇ ਲੋਕ, ਕੋਈ ਸਤਿਗੁਰੂ ਜੀ ਦੀਆਂ ਬਖਸ਼ਿਸ਼ਾਂ ਵਾਰ ਲੈ ਜਾਂਦਾ ਆ ਕੇ, ਕੋਈ ਗੁਰੂ ਘਰ ਦਾ ਨਰਾਦਰ ਕਰਨੇ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਤੋਂ ਇਹੋ ਜਿਹੇ ਬਚਨ ਅਚਨਚੇਤ, ਸਤਿਗੁਰੂ ਜੀ ਜਾਣ ਬੁੱਝ ਕੇ ਨਹੀਂ ਕੋਈ ਬਚਨ ਇਸ ਤਰ੍ਹਾਂ ਦੇ ਕਰਦੇ, ਅਚਨਚੇਤੀ ਭਗਤ ਮੁਖ ਹੈ ਤੇ ਬੋਲਦੇ ਸੇ ਵਚਨ ਹੋ ਬੰਦੇ। ਸਤਿਗੁਰੂ ਜੀ ਜਿਹੜਾ ਬਚਨ ਕਰ ਦਿੰਦੇ ਆ ਸਹਿਜ ਸੁਭਾਏ ਉਹ ਪੂਰਾ ਹੋ ਜਾਂਦਾ ਹੈ। ਇੱਕ ਦਿਨ ਸਤਿਗੁਰ ਸੱਚੇ ਪਾਤਸ਼ਾਹ ਜੀ ਸਭਾ ਵਿੱਚ ਸਥਿਤ ਹੋ ਕੇ ਬੈਠੇ ਹਨ। ਸਾਰਿਆਂ ਨੂੰ ਸੁਣਾ ਕੇ ਸਤਿਗੁਰੂ ਜੀ ਨੇ ਬਚਨ ਕੀਤਾ। ਸਤਿਗੁਰੂ ਜੀ ਬਾਣੀ ਬੋਲਦੇ ਆ, ਬਚਨ ਕਰਦੇ ਆ, ਕਹਿੰਦੇ ਭਾਈ ਸੰਗਤੇ ਦੱਸੋ, ਕਹਿੰਦੇ ਆ ਧਰਤੀ ਕਿਹਨੇ ਉਠਾਈ ਹੋਈ ਆ, ਧਰਤੀ ਨੂੰ ਕਿਹਨੇ ਚੁੱਕਿਆ ਹੋਇਆ ਹੈ? ਇਹ ਧਰਤੀ ਸਦਾ ਹੀ ਕਿਹਦੇ ਉੱਤੇ ਥਿਰ, ਕਿਹਦੇ ਉੱਤੇ ਟਿਕ ਕੇ ਖੜੀ ਹੈ? ਕਿਸੇ ਨੇ ਦੱਸਿਆ, ਕਹਿੰਦੇ ਮਹਾਰਾਜ ਅਸੀਂ ਸੁਣਿਆ ਹੈ
ਵੀ ਇਹ ਧਰਤੀ ਨੂੰ ਧੌਲ ਨੇ ਬਲਦ ਨੇ ਆਪਣੇ ਸਿੰਘਾਂ ਉੱਤੇ ਠਹਿਰਾਇਆ ਹੋਇਆ ਹੈ। ਕਈ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਸ਼ੇਸ਼ਨਾਗ ਹੈ, ਧਰਤੀ ਦੇ ਹੇਠਾਂ ਪਤਾਲ ਲੋਕ ਵਿੱਚ ਰਹਿੰਦਾ, ਪਾਣੀ ਵਿੱਚ। ਉਹਨੇ ਕਹਿੰਦੇ ਧਰਤੀ ਨੂੰ ਆਪਣੇ ਫਨ ਦੇ ਉੱਤੇ ਚੁੱਕਿਆ ਹੋਇਆ ਹੈ। ਕਿਸੇ ਨੇ ਆਖਿਆ ਮਹਾਰਾਜ ਕਮਟ ਪੀਠ, ਕੱਛੂ ਕੁੰਮੇ ਦੀ ਪਿੱਠ ਦੇ ਉੱਤੇ ਇਹ ਧਰਤੀ ਖੜੀ ਹੈ। ਜਿਹੜਾ ਬਲਦ ਹੈ ਉਹਨੇ ਸਿੰਘਾਂ ਤੇ ਧਰਤੀ ਚੁੱਕੀ ਹੋਈ ਹੈ, ਤੇ ਬਲਦ ਜਿਹੜਾ ਉਹ ਕੱਛੂ ਕੁੰਮੇ ਦੀ ਪਿੱਠ ਦੇ ਉੱਤੇ ਖੜਾ। ਇਸ ਤਰ੍ਹਾਂ ਮਹਾਰਾਜ ਧਰਤੀ ਦਾ ਸਾਰਾ ਭਾਰ ਜਿਹੜਾ ਹੈ ਇਹ ਕੱਛੂ ਕੁੰਮੇ ਨੇ ਚੁੱਕਿਆ ਹੋਇਆ, ਆਪਣੀ ਪਿੱਠ ਦੇ ਉੱਤੇ ਧਰਤੀ ਨੂੰ ਥੰਮਿਆ ਹੋਇਆ ਹੈ। ਕੋਈ ਕਹਿੰਦਾ ਮਹਾਰਾਜ ਕੋਲ ਦਾੜ, ਕੋਲ ਨਾਮ ਸੂਰ ਦਾ, ਕਹਿੰਦੇ ਸੂਰ ਦੀ ਜਾੜ ਦੇ ਉੱਤੇ, ਸੂਰ ਦੀ ਨੇਸ਼ ਦੇ ਉੱਤੇ ਇਹ ਧਰਤੀ ਖੜੀ ਹੈ। ਜਦੋਂ ਹਰਨਾਕਸ਼ ਦਾ ਭਰਾ ਹਿਰਨਕਸ਼ਪ ਉਹਨੇ ਵੀ ਬਹੁਤ ਭਗਤੀ ਕੀਤੀ ਆ, ਕਸ਼ਮੀਰ ਵਾਲੀ ਧਰਤੀ ਉਹ ਲੈ ਗਿਆ ਸੀ ਇੱਥੋਂ, ਉਹ ਇੱਥੋਂ ਲੈ ਗਿਆ ਸੀ। ਫਿਰ ਬਰਾਹ ਰੂਪ ਧਾਰਨ ਕਰਕੇ, ਬਰਾਹ ਨਾਮ ਇਹ ਸੂਰ ਦਾ ਹੀ ਹੈ, ਸੂਰ ਦਾ ਵੱਡਾ ਵਿਰਾਟ ਸਰੂਪ ਧਾਰਨ ਕਰਕੇ ਨਾ, ਬਰਾਹ ਤਨ ਧਾਰਨ ਕਰਕੇ ਭਗਵਾਨ ਨੇ ਉਹ ਤੋਂ ਇਹ ਧਰਤੀ ਕਸ਼ਮੀਰ ਵਾਲੀ ਵਾਪਸ ਲਿਆਂਦੀ ਸੀ, ਮੁਕਾਬਲਾ ਕੀਤਾ। ਸੋ ਉਹ ਬਰਾਹ ਜਿਹੜਾ ਸੂਰ ਹੈ ਇਹ ਸਨਾਤਨ ਮਤ ਵਾਲੇ ਮੰਨਦੇ ਆ ਵੀ ਉਹਦੀ ਨੇਸ਼ ਦੇ ਉੱਤੇ ਜਿਹੜੇ ਬਾਹਰ ਨੂੰ ਦੰਦ ਨਿਕਲੇ ਹੁੰਦੇ ਆ, ਸੂਰ ਨੂੰ ਨੇਸ਼ਾਂ ਕਹਿੰਦੇ ਆ। ਕਹਿੰਦੇ ਉਹਨੇ ਆਪਣੀ ਦਾੜ ਦੇ ਉੱਤੇ, ਆਪਣੇ ਦੰਦ ਦੇ ਉੱਤੇ ਧਰਤੀ ਨੂੰ ਉਠਾਇਆ ਹੋਇਆ ਹੈ। ਉੱਪਰੋਂ ਬਲਦ ਨੇ ਥੰਮੀ ਹੋਈ ਹੈ, ਬਲਦ ਨੂੰ ਕੱਛੂ ਕੁੰਮੇ ਨੇ ਉਠਾਇਆ ਹੋਇਆ ਹੈ, ਉਹਦੇ ਹੇਠਾਂ ਸ਼ੇਸ਼ਨਾਗ ਹੈ, ਤੇ ਸਾਰਿਆਂ ਦੇ ਹੇਠਾਂ ਜਿਹੜਾ ਸਾਰਿਆਂ ਨੂੰ ਥੰਮਣ ਵਾਲਾ ਕਹਿੰਦੇ ਉਹ ਬਰਾਹ, ਉਹ ਸੂਰ ਹੈ, ਉਹਨੇ ਆਪਣੀਆਂ ਦਾੜਾਂ ਦੇ ਉੱਤੇ ਧਰਤੀ ਨੂੰ ਠਹਿਰਾਇਆ ਹੋਇਆ ਹੈ। ਕਿਸੇ ਨੇ ਉਹ ਸਤਿਗੁਰੂ ਜੀ ਨੂੰ ਦੱਸਿਆ। ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਪੁੱਛਿਆ, ਜਿਨੋ 28 ਉੱਪਰਲੀ ਪੰਕਤੀ ਹੈ ਜੀ। ਕਹਿੰਦੇ ਭਾਈ ਜਿਨ੍ਹਾਂ ਨੇ ਧਰਤੀ ਉਠਾਈ ਹੈ ਉਹਨਾਂ ਦੇ ਥੱਲੇ ਕੌਣ, ਉਹਨਾਂ ਨੂੰ ਕਿਹਨੇ ਥੰਮਿਆ ਹੋਇਆ? ਮੰਨ ਲਓ ਕਹਿੰਦੇ ਬਲਦ ਨੇ ਥੰਮਿਆ, ਤੇ ਬਲਦ ਦੇ ਥੱਲੇ ਕੌਣ ਹੈ? ਕਹਿੰਦੇ ਜੀ ਸ਼ੇਸ਼ਨਾਗ। ਕਹਿੰਦੇ ਸ਼ੇਸ਼ਨਾਗ ਨੂੰ ਕਿਹਨੇ ਥੰਮਿਆ? ਕਹਿੰਦੇ ਕੱਛੂ ਕੁੰਮੇ ਨੇ। ਤੇ ਕੱਛੂ ਕੁੰਮੇ ਨੂੰ ਕਿਹਨੇ ਥੰਮਿਆ? ਕਹਿੰਦੇ ਜੀ ਸੂਰ ਨੇ, ਸੂਰ ਨੇ ਆਪਣੇ ਦੰਦਾਂ ਦੇ ਉੱਤੇ। ਤੇ ਕਹਿੰਦੇ ਭਾਈ ਸੂਰ ਨੂੰ ਕਿਹਨੇ ਥੰਮਿਆ ਥੱਲੇ? ਫਿਰ ਕਿਸੇ ਨੂੰ ਕੋਈ ਜਵਾਬ ਨਾ ਆਇਆ। ਮਹਾਰਾਜ ਪੁੱਛਦੇ ਆ ਭਾਈ ਫਿਰ ਸਾਰਿਆਂ ਤੋਂ ਹੇਠਾਂ ਕਿਹਨੇ ਥੰਮਿਆ ਹੋਇਆ, ਕਿਹਨੇ ਰੋਕਿਆ ਹੋਇਆ ਧਰਤੀ ਨੂੰ? ਕਿਉਂਕਿ ਜੇਕਰ ਕੋਈ ਅਲੰਬ ਨਾ ਹੋਵੇ, ਆਸਰਾ ਨਾ ਹੋਵੇ ਹੇਠਾਂ, ਤਾਂ ਉਹ ਤੋਂ ਬਿਨਾਂ ਕਿਵੇਂ ਉਠਾਇਆ ਜਾ ਸਕਦਾ ਇੰਨਾ ਭਾਰ? ਕਹਿੰਦੇ ਜਿਹਨੇ ਸਾਰਿਆਂ ਨੂੰ ਥੰਮਿਆ ਉਹ ਦੱਸੋ। ਕਹਿੰਦੇ ਬਿਲਕੁਲ ਸਾਰਿਆਂ ਤੋਂ ਹੇਠਾਂ ਕੌਣ ਹੈ? ਉਸ ਵੇਲੇ ਸਾਰੀ ਸੰਗਤ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਆਪ ਜੀ ਕੀ ਵਚਨ ਕਰਨਾ ਚਾਹੁੰਦੇ ਹੋ? ਸਾਡੀ ਸਮਝ ਗੋਚਰੇ ਨਹੀਂ ਹੈ ਇਹ ਬਾਤ, ਆਪ ਜੀ ਕਿਰਪਾ ਕਰਕੇ ਦੱਸ ਦਿਓ। ਉਸ ਵੇਲੇ ਸਤਿਗੁਰੂ ਨੇ ਆਪਣੇ ਸੁਭਾਏਮਾਨ ਮੁਖਾਰਬਿੰਦ ਤੋਂ ਸਾਰੀ ਸੰਗਤ ਨੂੰ ਸੰਬੋਧਨ ਹੋ ਕੇ ਵਚਨ ਕੀਤੇ। ਕਹਿੰਦੇ ਭਾਈ ਇਹ ਜਿਹੜਾ ਸਾਰਾ ਪਸਾਰਾ ਤੁਸੀਂ ਦੇਖ ਰਹੇ ਹੋ, ਨਜ਼ਰ ਆ ਰਿਹਾ ਹੈ, ਕਹਿੰਦੇ ਇਹ ਸਭ ਧਰਤੀ, ਬਲਦ ਜਾਂ ਜੋ ਵੀ ਤੁਸੀਂ ਕਹਿੰਦੇ ਹੋ, ਇਹ ਸਾਰਾ ਹੀ ਜਿਹੜਾ ਕੁਦਰਤ ਦਾ ਪਸਾਰਾ ਧਰਤੀ ਦੇ ਉੱਤੇ ਪਸਰਿਆ ਹੋਇਆ ਨਾ, ਇਹ ਕਹਿੰਦੇ ਭਾਈ ਸੱਚ ਦੇ ਆਸਰੇ ਖੜਾ ਹੋਇਆ, ਸੱਚ ਦੇ ਆਸਰੇ ਧਰਤੀ ਖੜੀ ਹੈ। ਨਾ ਇਹਨੂੰ ਕਿਸੇ ਬਲਦ ਨੇ ਚੱਕਿਆ, ਨਾ ਕਿਸੇ ਕੱਛੂ ਕੁੰਮੇ ਨੇ ਚੱਕਿਆ, ਨਾ ਕਿਸੇ ਸ਼ੇਸ਼ਨਾਗ ਨੇ, ਤੇ ਨਾ ਕਿਸੇ ਸੂਰ ਨੇ ਜਾੜਾਂ ਦੇ ਉੱਤੇ ਚੱਕਿਆ। ਇਹ ਧਰਤੀ ਖੜੀ ਹੈ ਤਾਂ ਕਹਿੰਦੇ ਸੱਚ ਦੇ ਆਸਰੇ ਖੜੀ ਹੈ। ਸੱਚ ਤੋਂ ਬਿਨਾਂ ਕਹਿੰਦੇ ਕੋਈ ਆਸਰਾ ਨਹੀਂ ਹੈ ਧਰਤੀ ਦੇ ਖੜਨ ਵਾਸਤੇ। ਸੱਚ ਤੋਂ ਬਿਨਾਂ ਕਹਿੰਦੇ ਹੋਰ ਕੋਈ ਦੂਜਾ ਆਸਰਾ ਨਹੀਂ ਹੈ, ਸੱਚ ਦੇ ਆਸਰੇ ਹੀ ਸੂਰਜ ਤਪਦਾ ਹੈ। ਸੱਚ ਦੇ ਆਸਰੇ ਕਰਕੇ ਨਿਸਪਤੀ, ਨਿਸ ਨਾਮ ਹੈ ਰਾਤ ਦਾ ਪਤੀ ਕਹੀਏ, ਮਾਲਕ ਰਾਤ ਦਾ। ਮਾਲਕ ਕੌਣ? ਚੰਦਰਮਾ। ਕਹਿੰਦੇ ਚੰਦ ਵੀ ਸੱਚ ਦੇ ਆਸਰੇ ਚੜ੍ਹਦਾ ਹੈ। ਸੱਚ ਦੇ ਆਸਰੇ ਹੀ ਕਹਿੰਦੇ ਜਿਹੜਾ ਗਹਿਰ ਗੰਭੀਰ ਬਹੁਤ ਵੱਡਾ ਸਾਗਰ ਸਮੁੰਦਰ ਹੈ, ਉਹ ਵੀ ਸੱਚ ਦੇ ਆਸਰੇ ਖੜਾ ਹੈ। ਸੱਚ ਦੇ ਆਸਰੇ ਹੀ ਧਰਤੀ ਧੀਰਜ ਧਰ ਕੇ ਖੜੀ ਹੈ। ਤੇ ਸੱਚ ਦੇ ਆਸਰੇ ਹੀ
ਜਿਹੜੀ ਹਵਾ ਹੈ ਬਾਜੂ ਚੱਲਦੀ ਹੈ ਭੈ ਵਿੱਚ ਪਵਨ ਵਹਿ ਸਦਵਾਓ, ਇਹ ਵੀ ਸੱਚ ਦੇ ਆਸਰੇ ਹੈ। ਆਸਰੇ ਅਗਨਤ ਪੰਤਾ, ਸੱਚ ਦੇ ਆਸਰੇ ਹੀ ਅਗਨ ਦੇ ਵਿੱਚ ਤਪਸ਼ ਪੈਦਾ ਹੁੰਦੀ ਹੈ। ਆਸਰੇ ਕੂੜਤ ਕੰਤਾ, ਸੱਚ ਦੇ ਆਸਰੇ ਹੀ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਕੂੜ ਦਿਖਾਈ ਦੇ ਰਿਹਾ। ਜੇ ਸੱਚ ਹੈ ਤਾਂ ਝੂਠ ਤਾਂ ਹੀ ਹੈ ਨਾ ਪਿਆਰਿਓ। ਜੇ ਸੱਚ ਨਾ ਹੋਵੇ ਤਾਂ ਝੂਠ ਨੂੰ ਕੌਣ ਮੰਨੇ। ਕਿਸੇ ਨੂੰ ਝੂਠੀ ਗੱਲ ਦਾ ਵੀ ਸੱਚ ਮਨਾਉਣਾ ਹੋਵੇ ਤੇ ਲੋਕ ਸਹੁੰ ਖਾ ਜਾਂਦੇ ਆ, ਸੱਚ ਹੀ ਕਰਕੇ ਦਿਖਾਉਂਦੇ ਆ ਨਾ ਉਹਨੂੰ, ਝੂਠ ਨੂੰ ਵੀ। ਇਸ ਕਰਕੇ ਸੱਚ ਹੈ ਜਿਹੜਾ ਉਹ ਵੀ ਝੂਠ ਦੇ ਆਸਰੇ ਖੜਾ ਹੈ। ਸੱਚ ਤੋਂ ਬਿਨਾ ਕਹਿੰਦੇ ਕੂੜ ਦਾ ਕੋਈ ਚਾਰਾ ਨਹੀਂ। ਜੇ ਸੱਚ ਨਾ ਹੋਵੇ ਤਾਂ ਕੂੜ ਚੱਲ ਹੀ ਨਹੀਂ ਸਕਦਾ। ਕੂੜ ਦਾ ਕੋਈ ਆਸਰਾ ਨਹੀਂ, ਕੂੜ ਨੇ ਵੀ ਨਹੀਂ ਸਕਦਾ ਜੇ ਸੱਚ ਨਾ ਹੋਵੇ। ਜੇ ਬੰਦੇ ਸੱਚ ਨਾ ਮੰਨਿਆ ਜਾਵੇ ਨਾ, ਅਦਾਲਤਾਂ ਵਿੱਚ ਫੈਸਲੇ ਹੁੰਦੇ ਆ, ਉੱਥੇ ਕੋਈ ਗੀਤਾ ਦੇ ਉੱਤੇ, ਕੋਈ ਗੁਰੂ ਮਹਾਰਾਜ ਦੀ ਫੋਟੋ ਦੇ ਉੱਤੇ ਹੱਥ ਰੱਖ ਕੇ ਜਦੋਂ ਗਵਾਹੀਆਂ ਹੁੰਦੀਆਂ, ਗਵਾਹੀਆਂ ਲੈਂਦੇ ਆ ਜੱਜ, ਤੇ ਉਹ ਸੱਚ ਹੀ ਮੰਨਦੇ ਆ ਨਾ ਵੀ ਇਹ ਸੱਚ ਬੋਲ ਰਿਹਾ ਹੋਊਗਾ। ਮੈਂ ਗੀਤਾ ਦੇ ਉੱਤੇ ਹੱਥ ਰੱਖ ਕੇ ਕਹਿਣਾ ਜੋ ਬੋਲੂੰਗਾ ਸੱਚ ਬੋਲੂੰਗਾ। ਮੈਂ ਗੁਰੂ ਮਹਾਰਾਜ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿਣਾ ਜੋ ਕਹੂੰਗਾ ਸੱਚੀ ਗਵਾਹੀ ਦੇਊਂਗਾ। ਤੇ ਫਿਰ ਉਹ ਜੱਜ ਸੱਚ ਮੰਨਦਾ ਗਵਾਹੀ ਦੇਣ ਵਾਲੇ ਦੀ ਗੱਲ, ਫੈਸਲਾ ਦੇਣ ਵੇਲੇ। ਇਸ ਕਰਕੇ ਸੱਚ ਦਾ ਨਿਰਭਾ ਜਿਹੜਾ, ਕੂੜ ਦਾ ਨਿਰਭਾ ਜਿਹੜਾ, ਝੂਠ ਦਾ ਨਿਰਭਾ, ਉਹ ਵੀ ਸੱਚ ਨਾਲ ਹੁੰਦਾ। ਜੇ ਸੱਚ ਨਾ ਹੋਵੇ ਤੇ ਕੂੜ ਕਦੇ ਚੱਲਦਾ ਹੀ ਨਹੀਂ। ਗੁਰਮੁਖ ਪਿਆਰਿਓ, ਜੇ ਸੱਚ ਨਾ ਹੁੰਦਾ ਤੇ ਆ ਦੁਨਿਆਵੀ ਦੇਹਧਾਰੀ ਗੁਰੂਆਂ ਨੇ ਸੱਚੇ ਸੌਦੇ ਦੇ ਉੱਤੇ ਦੁਕਾਨਾਂ ਥੋੜੀ ਖੋਲ ਲੈਣੀਆਂ ਸੀ। ਨਾ ਤਾਂ ਉਹਨਾਂ ਨੂੰ ਸੱਚੇ ਸੌਦੇ ਦਾ ਹੀ ਵਰਤਣਾ ਪਿਆ ਨਾ, ਅੰਦਰ ਚਾਹੇ ਜੋ ਮਰਜ਼ੀ ਹੈ, ਬਾਹਰ ਲੇਬਲ ਤਾਂ ਸੱਚੇ ਸੌਦੇ ਦਾ ਲਾਉਣਾ ਪਿਆ। ਤਾਂ ਕਰਕੇ ਲੋਕ ਉਹਨਾਂ ਦੇ ਮਗਰ ਲੱਗੇ, ਉਹਨਾਂ ਦੇ ਪਿੱਛੇ ਲੱਗੂ, ਉਹਨਾਂ ਦੇ ਚੇਲੇ ਬਣੇ। ਜੇ ਉਹ ਕਹਿੰਦੇ ਵੀ ਸਾਡੇ ਕੋਲ ਤਾਂ ਝੂਠ ਹੀ ਹੈ, ਝੂਠ ਨੂੰ ਕਿਹਨੇ ਮੰਨਣਾ ਸੀ। ਲੇਬਲ ਸੱਚ ਦਾ ਲਾਉਣਾ ਪੈਂਦਾ ਝੂਠ ਵੇਚਣ ਵਾਸਤੇ। ਅੰਦਰ ਦੁਕਾਨ ਦੇ ਵਿੱਚ ਕੂੜ ਦਾ ਸੌਦਾ ਹੋਵੇ, ਬਾਹਰ ਸੱਚਾ ਸੌਦਾ ਲਿਖ ਕੇ ਲਾਉਣਾ ਪਊਗਾ। ਐਵੇਂ ਦੇਹਧਾਰੀ ਗੁਰੂ ਹੈ, ਉਹਨਾਂ ਨੇ ਆਪੋ ਆਪਣੇ ਡੇਰੇ ਚਲਾਏ। ਤੇ ਗੁਰਮੁਖ ਪਿਆਰਿਓ, ਸੱਚ ਦਾ ਓਟ ਆਸਰਾ ਲਿਆ, ਸਾਹਮਣੇ ਦਿਖਾਈ ਬਾਣੀ, ਆਖਿਆ ਦੇਖੋ ਜੀ ਬਾਣੀ 'ਚ ਲਿਖਿਆ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਵੀ ਸੰਤ ਜਿਹੜੇ ਆ ਸੱਚੇ ਉਹ ਸਰਸੇ ਵਿੱਚ ਆ, ਉਹਨਾਂ ਨੂੰ ਪੂਰੇ ਗੁਰੂ ਜਾਣ ਲਓ। ਆਪਾਂ ਨੂੰ ਗੁਰਬਾਣੀ ਦੇ ਅਰਥਾਂ ਦਾ ਪਤਾ ਨਹੀਂ ਹੁੰਦਾ ਤੇ ਆਪਣੇ ਮਾਈ ਭਾਈ ਪਿੱਛੇ ਲੱਗ ਤੁਰਦੇ ਆ ਵੀ ਹਾਂ ਤਾਂ ਗੁਰਬਾਣੀ 'ਚ ਵੀ ਲਿਖਿਆ ਹੋਇਆ। ਆ ਹੁਣ ਆ ਜਿਹੜੇ ਈਸਾਈ ਆ ਇਹਨਾਂ ਨੇ ਵੀ ਇਹ ਕੀਤਾ ਹੋਇਆ ਥੋੜਾ ਜਿਹਾ। ਹੁਣ ਇਹ ਵੀ ਕਹਿੰਦੇ ਗੁਰਬਾਣੀ ਵਿੱਚ ਚੌਪਈ ਸਾਹਿਬ ਦੇ ਵਿੱਚ ਲਿਖਿਆ ਹੋਇਆ, ਉਹ ਜਿਹੜੀ ਈਸਾ ਵਾਲੀ ਪੰਕਤੀ ਆਉਂਦੀ ਹੈ ਨਾ, ਈਸਾ ਕਹਿੰਦੇ ਜਿਹੜਾ ਈਸਾ ਅਵਤਾਰ ਹੈ, ਮੈਨੂੰ ਹੁਣ ਇਸ ਵੇਲੇ ਮੌਕੇ ਤੇ ਪੰਕਤੀ ਯਾਦ ਨਹੀਂ ਆ ਰਹੀ। ਸੋ ਉਹ ਪੰਕਤੀ ਜਿਹੜੀ ਹੈ ਉਹਦੇ ਵਿੱਚ ਈਸਾ ਜ਼ਿਕਰ ਆਉਂਦਾ। ਈਸਾ ਨਾਮ ਤਾਂ ਉੱਥੇ ਈਸ਼ਵਰ ਦਾ, ਪਰਮਾਤਮਾ ਦਾ, ਪਰ ਉਹ ਕਹਿੰਦੇ ਨਹੀਂ ਜੀ ਤਾਂ ਈਸਾ ਮਸੀਹ ਵਾਸਤੇ ਲਿਖੀ ਹੋਈ ਹੈ, ਉਹਨੂੰ ਤੁਸੀਂ ਗੁਰੂ ਮੰਨੋ। ਤੁਹਾਡੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਵੀ ਈਸਾ ਦੀ ਉਸਤਤ ਕੀਤੀ ਹੋਈ ਹੈ। ਸੋ ਇਉਂ ਸਾਨੂੰ ਪਤਾ ਨਹੀਂ ਹੁੰਦਾ, ਸਾਨੂੰ ਕੋਈ ਵੀ ਗੁੰਮਰਾਹ ਕਰ ਲੈਂਦਾ, ਪਰ ਗੁੰਮਰਾਹ ਕਰਨ ਵਾਸਤੇ ਆਸਰਾ ਤਾਂ ਸੱਚੀ ਗੁਰਬਾਣੀ ਦਾ ਹੀ ਲੈਂਦਾ ਨਾ, ਸੱਚ ਦਾ ਹੀ ਲੈਂਦਾ। ਸੋ ਸੱਚ ਦਾ ਜੇ ਆਸਰਾ ਨਾ ਲਿਆ ਜਾਵੇ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਕੂੜ ਨਹੀਂ ਚੱਲਦਾ, ਝੂਠ ਦਾ ਨਿਰਵਾਹ ਨਹੀਂ ਹੁੰਦਾ। ਕਹਿੰਦੇ ਜਿਵੇਂ ਉਦਾਹਰਨ ਦਿੰਦੇ ਆ, ਪ੍ਰਮਾਣ ਦਿੰਦੇ ਆ, ਕਹਿੰਦੇ ਜਿਵੇਂ ਰੱਸੀ ਦੇ ਵਿੱਚ, ਰੱਜੂ ਦੇ ਵਿੱਚ ਸੱਪ ਦਿਖਾਈ ਦਿੰਦਾ, ਹਨੇਰਾ ਹੋਇਆ ਪਿਆ ਹੋਵੇ ਨਾ, ਪੂਰਾ ਹਨੇਰਾ ਹੋਵੇ ਤਾਂ ਫਿਰ ਤਾਂ ਦਿਖੀ ਹੀ ਨਹੀਂ ਰੱਸੀ ਪਈ ਆ ਜਾਂ ਸੱਪ ਤੇ ਆਪਾਂ ਲੰਘ ਜਾਣਾ ਕੋਲ ਦੀ। ਜਦੋਂ ਨਾ ਪੂਰਾ ਚਾਨਣਾ ਹੋਵੇ ਤੇ ਨਾ ਪੂਰਾ ਹਨੇਰਾ ਹੋਵੇ, ਘੁਸਮੁਸਾ ਜਾ ਹੋਵੇ, ਥੋੜਾ ਥੋੜਾ ਦਿਖਾਈ ਦਿੰਦਾ ਹੋਵੇ, ਉਦੋਂ ਟੇਢੀ ਮੇਢੀ ਪਈ ਹੋਈ ਰੱਸੀ ਵੀ ਸੱਪ ਦਿਖਾਈ ਦਿੰਦੀ ਹੈ। ਸਤਿਗੁਰੂ ਜੀ ਕਹਿੰਦੇ ਜਿਵੇਂ ਹੈ ਤਾਂ ਅਸਲ ਤਾਂ ਹੈ ਰੱਸੀ, ਪਰ ਉਹਦੇ ਵਿੱਚੋਂ ਸੱਪ ਦਿਖਾਈ ਦਿੰਦਾ ਹੈ। ਕਹਿੰਦੇ ਉਹਦੇ ਵਿੱਚ ਫਿਰ ਕਲਪਨਾ ਕੀਤੀ ਜਾਂਦੀ ਹੈ, ਦੇਖਣ ਵਾਲਾ ਬੰਦਾ ਕਲਪਦਾ ਹੈ ਵੀ ਆ ਤਾਂ ਸੱਪ ਪਿਆ ਹੈ ਸਾਹਮਣੇ। ਜੇ ਕਹਿੰਦੇ ਜੇ ਸੱਚੀ ਉੱਥੇ ਰੱਸੀ ਨਾ ਹੋਵੇ, ਫਿਰ ਕਹਿੰਦੇ ਸੱਪ ਦਾ ਝੂਠ ਉੱਥੇ ਕਿਵੇਂ ਕਲਪਿਆ ਜਾਵੇ ਵੀ ਇੱਥੇ ਸੱਪ ਬੈਠਾ ਜੇ ਰੱਸੀ ਨਾ ਹੋਵੇ। ਭਾਵ ਸੱਚ ਹੈ ਤਾਂ ਝੂਠ ਲੱਗਿਆ ਨਾ ਆਪਾਂ ਨੂੰ, ਜੇ ਸੱਚ ਨਾ ਹੋਵੇ ਤਾਂ ਝੂਠ ਪੈਦਾ ਨਹੀਂ ਹੋ ਸਕਦਾ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਇਸ ਕਰਕੇ ਇਹ ਨਿਸ਼ਚਾ ਕਰ ਲਵੋ, ਕਹਿੰਦੇ ਸੱਚ ਦੇ ਆਸਰੇ ਦੇ ਉੱਤੇ ਹੀ ਸਭ ਕੁਝ ਜਾਣਿਆ ਜਾਂਦਾ ਹੈ।
ਸੁਣ ਕੇ ਸਾਰਿਆਂ ਨੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕੀਤੀ, ਸੀਸ ਨਵਾਇਆ। ਆਪ ਯਥਾਰਥ ਹੀ ਸਮਝਾਇਓ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਪ ਯਥਾਰਥ ਜਿਹੜੇ ਸੱਚੇ ਬਚਨ ਸਨ ਉਦਾਹਰਨ ਦੇ ਸਹਿਤ ਸੰਗਤ ਨੂੰ ਸਮਝਾ ਦਿੱਤੇ। ਇਸ ਪਰ ਕਿਰਪਾ ਆਪ ਕੀ ਹੋਈ। ਮਹਾਰਾਜ ਸੱਚੇ ਪਾਤਸ਼ਾਹ ਜਿਸ ਵੀ ਮਨੁੱਖ ਦੇ ਉੱਤੇ ਆਪ ਜੀ ਦੀ ਕਿਰਪਾ ਹੋ ਜਾਵੇ, ਆਤਮ ਪਛਾਨੈ ਹਰ ਜੀ ਸੋਈ। ਮਹਾਰਾਜ ਸੱਚੇ ਪਾਤਸ਼ਾਹ ਉਹੀ ਸੱਚ ਨੂੰ ਪਛਾਣ ਸਕਦਾ, ਨਹੀਂ ਤਾਂ ਅਸੀਂ ਝੂਠ ਨੂੰ ਹੀ ਸੱਚ ਮੰਨੀ ਜਾਂਦੇ ਹਾਂ। ਧੰਨ ਧੰਨ ਸਤ ਸੰਗ ਤੁਮਾਰਾ। ਹੇ ਮਹਾਰਾਜ ਸੱਚੇ ਪਾਤਸ਼ਾਹ ਕਲਗੀਆਂ ਵਾਲਿਆ, ਗੁਰੂਆ ਤੂੰ ਵੀ ਧਨ ਹੈ, ਤੇਰੀ ਆ ਸਤ ਸੰਗਤ ਵੀ ਧੰਨਤਾ ਦੇ ਯੋਗ ਹੈ। ਜਲ ਪਾਰ ਤਾਰਨ ਹਾਰਾ। ਤੁਹਾਡਾ ਜਿਹੜਾ ਆ ਸਤ ਸੰਗ ਹੈ ਇਹ ਭੋਜਨ ਤੋਂ ਪਾਰ ਲੈ ਜਾਣ ਵਾਲਾ ਹੈ। ਜਨਮ ਮਰਨ ਕੋ ਬੋਲ ਨ ਫੀਰਾ। ਫਿਰ ਜਨਮ ਮਰਨ ਦੇ ਵਿੱਚ ਦੁਬਾਰਾ ਫੇਰਾ ਨਹੀਂ ਹੁੰਦਾ, ਜਮ ਜਮ ਮਰੈ ਮਰੈ ਫਿਰ ਜੰਮੈ, ਫਿਰ ਆ ਹਾਲਤ ਵਿੱਚ ਨਹੀਂ ਆਉਣਾ ਪੈਂਦਾ। ਆਪਣਾ ਜਾਣ ਕਰਿਓ ਜੋ ਥੀਰਾ। ਮਹਾਰਾਜ ਸੱਚੇ ਪਾਤਸ਼ਾਹ ਜਿਹਨੂੰ ਤੂੰ ਆਪਣਾ ਜਾਣ ਕੇ ਆਪਣਾ ਚੇਲਾ ਬਣਾ ਲਿਆ ਨਾ, ਮਹਾਰਾਜ ਸੱਚੇ ਪਾਤਸ਼ਾਹ ਉਹ ਜਨਮ ਮਰਨ ਵਿੱਚ ਨਹੀਂ ਆਉਂਦਾ, ਉਹਨਾਂ ਦੇ ਤੁਸੀਂ ਲੋਕ ਸੁਖੀਏ ਤੇ ਪਰਲੋਕ ਸੁਹੇਲੇ ਕਰ ਦਿੰਦੇ। ਇਉਂ ਇੱਥੇ ਇਸ ਪ੍ਰਸੰਗ ਦੀ ਵੀ ਸਮਾਪਤੀ ਹੈ ਔਰ ਸਮੇਂ ਦੀ ਵੀ ਤਕਰੀਬਨ ਸਮਾਪਤੀ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਦਮਦਮਾ ਸਾਹਿਬ ਦੀ ਧਰਤੀ ਦੇ ਉੱਤੇ ਵਿਚਰਦੇ ਹੋਏ ਜਿਵੇਂ ਸੰਗਤਾਂ ਨੂੰ ਨਿਹਾਲ ਕਰਨਗੇ, ਅਗਾਂਹ ਹੋਰ ਸੰਗਤਾਂ ਨੂੰ ਤਾਰਨਗੇ। ਭਾਈ ਦਇਆ ਸਿੰਘ ਜੀ ਨੂੰ ਜੋ ਜਾਫਰਨਾਮਾ ਦੇ ਕੇ ਦੀਨਾ ਕਾਂਗੜ ਦੀ ਧਰਤੀ ਤੋਂ ਭੇਜਿਆ ਸੀ, ਕਿਵੇਂ ਉਹ ਔਰੰਗਜ਼ੇਬ ਕੋਲੇ ਪਹੁੰਚਣ ਦੇ ਵਿੱਚ ਉਹਨੂੰ ਅੜਚਣ ਆ ਰਹੀ ਹੈ, ਮਹਾਰਾਜ ਨੂੰ ਚਿੱਠੀ ਲਿਖਦਾ। ਮਹਾਰਾਜ ਸੱਚੇ ਪਾਤਸ਼ਾਹ ਧੀਰਜ ਧਾਰਨ ਵਾਸਤੇ ਇਧਰੋਂ ਚਿੱਠੀ ਲਿਖਦੇ ਆ, ਔਰੰਗਜ਼ੇਬ ਦੇ ਮਨ ਨੂੰ ਕਿਵੇਂ ਪ੍ਰੇਰਦੇ ਆ, ਇਹ ਆਪਾਂ ਕੱਲ ਨੂੰ ਇਤਿਹਾਸ ਸਤਿਗੁਰੂ ਸਾਹਿਬ ਜੀ ਦਾ ਸ਼ਾਮ ਦੇ ਦੀਵਾਨ ਦੇ ਵਿੱਚ ਇਸੇ ਤਰ੍ਹਾਂ ਸਰਵਣ ਕਰਾਂਗੇ। ਪਿਆਰ ਵਾਲੀਆਂ ਸੰਗਤਾਂ ਜਿਹੜੀਆਂ ਨਿੱਤਾਂ ਪ੍ਰਤੀ ਜੁੜਦੀਆਂ, ਹੋਰ ਵੀ ਸੰਗਤ ਨੂੰ ਬੇਨਤੀ ਹੈ ਭਾਈ ਸਤਿਗੁਰੂ ਜੀ ਦੇ ਇਤਿਹਾਸ ਦੀ ਕਥਾ ਵਿੱਚ ਜੁੜਿਆ ਕਰੋ, ਤਾਂ ਕਿ ਸਾਨੂੰ ਵੱਧ ਤੋਂ ਵੱਧ ਸਾਡੇ ਪੁਰਖਿਆਂ ਦੇ ਇਤਿਹਾਸ ਬਾਰੇ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਸਾਨੂੰ ਜਾਣਕਾਰੀ ਹੋਵੇ, ਸਾਨੂੰ ਪਤਾ ਲੱਗੇ ਅਸੀਂ ਕਿਸ ਵਿਰਸੇ ਦੇ ਵਾਰਸ ਹਾਂ, ਅਸੀਂ ਕਿਸ ਗੁਰੂ ਦੇ ਪੁੱਤਰ ਹਾਂ, ਸਾਡੀ ਪਰੰਪਰਾ ਕੀ ਹੈ, ਸਾਡੀ ਵਿਰਾਸਤ ਕੀ ਹੈ। ਨਹੀਂ ਤਾਂ ਸਾਨੂੰ ਐਵੇਂ ਆ ਦੇਹਧਾਰੀ ਗੁਰੂ ਜਾਂ ਅਨਮਤਾਂ ਵਾਲੇ ਮਨਮਤਾਂ ਵਾਲੇ ਪੰਕਤੀਆਂ ਗੁਰਬਾਣੀ ਦੀਆਂ ਸੱਚ ਦੀਆਂ ਦਿਖਾਉਣਗੇ ਤੇ ਸੌਦਾ ਆਪਣਾ ਵੇਚ ਜਾਣਗੇ, ਦਿਖਾਉਣਗੇ ਸੱਚਾ ਸੌਦਾ ਤੇ ਵੇਚਣਗੇ ਸਾਨੂੰ ਕੂੜ ਦਾ ਸੌਦਾ, ਦਿਖਾਉਣਗੇ ਗੁਰਬਾਣੀ ਦੀਆਂ ਪੰਕਤੀਆਂ, ਪੂਜਾ ਕਰਾਉਣਗੇ ਆਪਣੀ, ਸਾਡੇ ਧਰਮ ਤੋਂ ਡਲਾ ਕੇ ਦੂਜੇ ਧਰਮ ਵਿੱਚ ਲੈ ਕੇ ਜਾਣਗੇ। ਕੋਈ ਵੀ ਧਰਮ ਜਿਹੜਾ, ਮੈਂ ਇਹ ਵੀ ਬੇਨਤੀ ਕਰ ਦੇਵਾਂ, ਗੁਰੂ ਘਰ ਦੇ ਵਿੱਚ ਨਰਾਦਰੀ ਕਿਸੇ ਦੀ ਨਹੀਂ, ਪਰ ਗੁਰਮੁਖੋ ਗੁੰਮਰਾਹ ਕੁਨ ਪ੍ਰਚਾਰ ਕਰਕੇ ਜਾਂ ਤਲਵਾਰ ਦੇ ਜ਼ੋਰ ਦੇ ਨਾਲ ਕਿਸੇ ਦਾ ਧਰਮ ਤਬਦੀਲ ਕਰਨਾ, ਕਿਸੇ ਨੂੰ ਲਾਲਚ ਦੇ ਕੇ ਧਰਮ ਤਬਦੀਲ ਕਰਨਾ, ਇਹ ਸਤਿਗੁਰੂ ਜੀ ਦੇ ਘਰ ਵਿੱਚ ਪ੍ਰਵਾਨ ਨਹੀਂ। ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਖਾਲਸਾ ਜੀ ਉਹ ਜਨੇਊ ਪਹਿਨਦੇ ਨਹੀਂ ਸਨ, ਪਹਿਲੇ ਜਾਮੇ ਵਿੱਚ ਹੀ ਮਨਾ ਕਰ ਦਿੱਤਾ ਸੀ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ 9 ਸਾਲ ਦੀ ਅਵਸਥਾ ਵਿੱਚ ਇਹ ਪੰਡਤ ਹਰਦਿਆਲ ਜੀ ਆਜ ਨੇਊ ਨੂੰ ਹੀ ਮੈਨੂੰ ਚਾਹੀਦਾ ਧਾਗੇ ਦਾ ਬਣਿਆ ਹੋਇਆ, ਜੇਕਰ ਤੇਰੇ ਕੋਲੇ ਦਇਆ ਸਤ ਧਰਮ ਦਾ ਜਨੇਊ ਹੈ ਤਾਂ ਹਈ ਤਾਂ ਪਾਂਡੇ ਘੱਟ, ਇਹੋ ਜਿਹਾ ਹੈਗਾ ਤਾਂ ਪਾ ਦੇ। ਕਹਿੰਦਾ ਮਹਾਰਾਜ ਇਹੋ ਜਿਹਾ ਤਾਂ ਨਹੀਂ, ਕਹਿੰਦੇ ਫਿਰ ਲੋੜ ਨਹੀਂ ਇਹਦੀ। ਧਰਮ ਦੇ ਚਿੰਨ੍ਹਾਂ ਨੂੰ ਧਾਰਨ ਕਰਨ ਦਾ ਨਾਲ ਨਾਲ ਸਤਿਗੁਰੂ ਨੇ ਦੱਸਿਆ ਵੀ ਇਹਨਾਂ ਦਾ ਮਤਲਬ ਕੀ ਹੁੰਦਾ ਹੈ। ਜੇ ਗਾਤਰਾ ਪਾਇਆ ਤਾਂ ਇਹਦਾ ਮਤਲਬ ਕੀ ਹੈ, 5 ਕਕਾਰ ਪਹਿਨੇ ਆ, ਚੋਲਾ ਪਾਇਆ, ਦਸਤਾਰ ਬੰਨੀ ਹੈ, ਇਹਦਾ ਕੋਈ ਮਤਲਬ ਹੈ। ਤੂੰ ਦਸਤਾਰ ਬੰਨ ਕੇ ਮੜੀਆਂ ਦੇ ਉੱਤੇ ਨਾ ਪੂਜਾ ਕਰਦਾ ਫਿਰੇ, ਮੱਥਾ ਟੇਕਦਾ ਫਿਰੇ, ਕਬਰਾਂ ਤੇ ਚਾਦਰਾਂ ਨਾ ਚੜਾਉਂਦਾ ਫਿਰੀ ਸਿੱਖਾ, ਇਹ ਗੁਰੂ ਦੀ ਬਖਸ਼ੀ ਹੋਈ ਸਰਦਾਰੀ ਦਾ ਨਰਾਦਰ ਹੈ। ਕਲਗੀਧਰ ਸੱਚੇ ਪਾਤਸ਼ਾਹ ਨੇ ਦਮਦਮਾ ਸਾਹਿਬ ਦੀ ਧਰਤੀ ਤੇ ਸਾਡੇ ਵੱਲ ਹੱਥ ਕਰਕੇ ਕਿਹਾ ਸੀ, ਸਾਡੇ ਪੁਰਖਿਆਂ ਵਡੇਰਿਆਂ ਵੱਲ, ਜਦੋਂ ਮਾਤਾਵਾਂ ਨੇ ਕਿਹਾ ਮਹਾਰਾਜ ਪੁੱਤਰ ਨਹੀਂ ਨਜ਼ਰ ਆਉਂਦੇ ਤੇ ਆਖਿਆ ਸੀ ਇਨ ਪੁੱਤਰਨ ਕੇ ਸੀਸ ਪਰ ਬਾਰ ਦੀ ਸੁਤ ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਆ ਹਜ਼ਾਰਾਂ ਜਿਉਂਦੇ ਆ, ਫਿਕਰ ਨਾ ਕਰੋ ਭੋਲਿਓ, ਸਾਰਾ ਖਾਲਸਾ ਪੰਥ ਤੁਹਾਡੀ ਝੋਲੀ ਵਿੱਚ ਹੈ ਤੇ ਅਸੀਂ ਉਹ ਪੰਥ ਦੇ ਵਾਰਸ ਹੋ ਕੇ ਗੁੰਮਰਾਹਕੁਨ ਪ੍ਰਚਾਰ ਦੇ ਅਧੀਨ ਆਪਣਾ ਧਰਮ ਤਿਆਗ ਜਾਈਏ, ਆਪਣੀਆਂ ਰੋਹ ਰੀਤਾਂ ਤੋਂ ਮੂੰਹ ਮੋੜ ਲਈਏ। ਸ੍ਰੀ ਅਸਕੇਤ ਜਗਤ ਕੇ ਈਸਾ, ਕੋਈ ਕਹਿ ਦੇ ਵੀ ਸਾਰੇ ਸੰਸਾਰ ਦਾ ਜਿਹੜਾ ਮਾਲਕ ਆ ਉਹ ਤਾਂ ਈਸਾ ਮਸੀਹ ਹੈ। ਆਹ ਪੰਕਤੀ ਸੀ ਪਹਿਲਾਂ ਚੇਤੇ ਨਹੀਂ ਆਈ, ਗੁਰੂ ਮਹਾਰਾਜ ਨੇ ਕਿਰਪਾ ਕਰ ਦਿੱਤੀ, ਆਪੇ ਆ ਗਈ। ਕਿਉਂਕਿ ਇਹ ਸਟੇਜ ਦੇ ਉੱਤੇ ਗੁਰਮੁਖ ਪਿਆਰਿਓ, ਗੁਰੂ ਘਰ ਦੀ ਸਟੇਜ ਉੱਤੇ ਹੋ ਆਪੋਂ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ, ਜੋ ਕਿਸੇ ਵਿੱਚ ਹਿੰਮਤ ਨਹੀਂ ਆਪਣੇ ਤੌਰ ਤੇ ਕੁਝ ਇੱਕ ਵੀ ਲਫ਼ਜ਼ ਬੋਲਦੇ, ਜੋ ਵਾਹਿਗੁਰੂ ਬਖਸ਼ੇ
ਜੈਸੋ ਗੁਰੂ ਉਪਦੇਸਿਆ ਮੈਂ ਤੈਸੋ ਕਹਿਆ ਪੁਕਾਰ। ਜੋ ਸਤਿਗੁਰੂ ਜੀ ਉਪਦੇਸ਼ ਬਖਸ਼ਦੇ ਆ ਉਹੀ ਇੱਥੋਂ ਕਿਹਾ ਜਾ ਸਕਦਾ, ਆਪਣੇ ਕੋਲੋਂ ਨਹੀਂ। ਕਿਸੇ 'ਚ ਹਿੰਮਤ ਹੀ ਨਹੀਂ ਆਪਣੇ ਕੋਲੋਂ ਕਹਿ ਦੇ। ਆ ਹੁਣ ਸਾਹਮਣੇ ਉਦਾਹਰਨ ਹੈ, ਸਤਿਗੁਰੂ ਨੇ ਉਸ ਵੇਲੇ ਬਖਸ਼ਿਸ਼ ਨਹੀਂ ਕੀਤੀ, ਪੰਕਤੀ ਨਹੀਂ ਯਾਦ ਆਈ, ਆ ਕਥਾ ਦੀ ਸਮਾਪਤੀ ਕਰਨ ਲੱਗੇ ਆ, ਮਹਾਰਾਜ ਨੇ ਬਖਸ਼ਿਸ਼ ਕਰ ਦਿੱਤੀ। ਸ੍ਰੀ ਅਸਕੇਤ ਜਗਤ ਕੇ ਈਸਾ, ਉਹ ਆਹ ਪੰਕਤੀ ਦਿਖਾ ਕੇ ਕਹਿੰਦੇ ਆ ਜੀ ਈਸਾ ਮਸੀਹ ਸਾਰੇ ਸੰਸਾਰ ਦਾ ਗੁਰੂ ਆ, ਤੁਹਾਡੇ ਕੋਲ ਗੋਬਿੰਦ ਸਿੰਘ ਨੇ ਮਹਿਮਾ ਗਾਈ ਹੈ। ਪਰ ਨਹੀਂ ਭਾਈ, ਸ੍ਰੀ ਅਸਕੇਤ, ਅਸ ਜਿਸ ਦੇ ਹੱਥ ਦੇ ਵਿੱਚ ਹਥਿਆਰ ਫੜਿਆ ਹੋਇਆ ਹੈ, ਸ਼ਸਤਰਧਾਰੀ ਹੈ, ਉਹ ਜਗਤ ਦਾ ਮਾਲਕ ਹੈ। ਤੇ ਈਸਾ ਮਸੀਹ ਨੇ ਕਿਹੜਾ ਹਥਿਆਰ ਫੜਿਆ ਭਾਈ? ਉਹ ਤਾਂ ਨਾਲ ਦੇ ਵੀ 13 ਚੇਲੇ ਜਿਹੜੇ ਛੱਡ ਕੇ ਭੱਜ ਗਏ ਸੀ ਮੌਕੇ ਦੇ ਉੱਤੇ। ਤੇ ਇਸੇ ਕਰਕੇ ਅਸ਼ੁਭ ਮੰਨਦੇ ਆ। ਚੰਡੀਗੜ੍ਹ ਅੰਗਰੇਜ਼ਾਂ ਨੇ ਬਣਾਇਆ, ਸੈਕਟਰ 1 ਬਣਾ ਦਿੱਤਾ, 2 ਬਣਾ ਦਿੱਤਾ, 3 ਬਣਾ ਦਿੱਤਾ, 10 11 12 ਤੱਕ ਗਿਣਤੀ ਵਿੱਚ ਬਣਾ ਦਿੱਤੇ। 12ਵੇਂ ਤੋਂ ਬਾਅਦ 13 ਨਹੀਂ ਬਣਾਇਆ, 14 ਬਣਾ ਦਿੱਤਾ। ਕਿਉਂ ਨਹੀਂ ਬਣਾਇਆ? 13 ਨੰਬਰ ਨੂੰ ਅਸ਼ੁਭ ਮੰਨਦੇ ਆ। ਤੇ ਅਸੀਂ 13 ਸਾਡੇ ਬਾਬੇ ਨਾਨਕ ਨੇ 13 ਤੋਲੇ ਗੁਰੂ ਨਾਨਕ ਦੇਵ ਮਹਾਰਾਜ ਨੇ, ਅਸੀਂ ਸ਼ੁਭ ਮੰਨਦੇ ਆ। ਸੋ ਭਾਈ ਉਹਨਾਂ ਨੇ ਕੋਈ ਹਥਿਆਰ, ਈਸਾ ਮਸੀਹ ਜੀ ਸਤਿਕਾਰਯੋਗ ਹੈ ਪਰ ਉਹਨਾਂ ਨੇ ਕੋਈ ਹਥਿਆਰ ਨਹੀਂ ਚੁੱਕੇ। ਗੁਰਬਾਣੀ ਦੇ ਗਲਤ ਅਰਥ ਨਾ ਕੀਤੇ ਜਾਣ, ਇਹ ਬੇਨਤੀ ਹੈ। ਆਪਣੇ ਧਰਮ ਦਾ ਰੱਜ ਕੇ ਪ੍ਰਚਾਰ ਕਰੋ, ਸਾਰਿਆਂ ਨੂੰ ਹੱਕ ਹੈ। ਔਰ ਜਿਹੜਾ ਤੁਹਾਡੇ ਧਰਮ 'ਚ ਆਪਣੀ ਇੱਛਾ ਨਾਲ ਜਾਣਾ ਚਾਹੁੰਦਾ ਜਾਵੇ, ਪਰ ਕਿਸੇ ਨੂੰ ਲਾਲਚ ਦੇ ਕੇ ਔਰ ਖਾਸ ਤੌਰ ਤੇ ਗੁਰਬਾਣੀ ਦੇ ਗਲਤ ਅਰਥ ਕਰਕੇ ਜੇ ਕੋਈ ਗੁਰੂ ਕੇ ਸਿੱਖਾਂ ਨੂੰ ਭਰਮਾਉਣ ਦਾ ਯਤਨ ਕਰੇਗਾ, ਖਾਲਸਾ ਪੰਥ ਕਦੇ ਬਰਦਾਸ਼ਤ ਨਹੀਂ ਕਰੇਗਾ। ਸੋ ਇਹਨਾਂ ਬੇਨਤੀਆਂ ਨੂੰ ਕਰਿਓ ਸਾਰੇ ਪ੍ਰਵਾਨ, ਸਾਰੇ ਸੁਚੇਤ ਹੋਵੋ, ਆਪੋ ਆਪਣੇ ਧਰਮ ਵਿੱਚ ਪਰਪੱਕ ਰਹੋ। ਜੇ ਕੋਈ ਹਿੰਦੂ ਆ ਪੱਕਾ ਹਿੰਦੂ ਬਣੇ, ਮੁਸਲਮਾਨ 5 ਵਕਤ ਦਾ ਨਮਾਜ਼ੀ ਮੁਸਲਮਾਨ ਬਣੇ। ਇਸੇ ਤਰ੍ਹਾਂ ਕੋਈ ਈਸਾਈ ਹੈ, ਉਹ ਆਪਣੇ ਧਰਮ ਦੇ ਅਨੁਸਾਰ ਚਰਚ ਵਿੱਚ ਜਾ ਕੇ ਆਪਣੀ ਇਬਾਦਤ ਕਰੇ। ਸਿੱਖ ਹਾਂ ਤਾਂ ਗੁਰੂ ਘਰ ਜਾਈਏ, 5 ਬਾਣੀਆਂ ਦੇ ਨਿਤਨੇਮੀ ਹੋਈਏ, ਅੰਮ੍ਰਿਤ ਛਕੀਏ, ਨਸ਼ਿਆਂ ਵਿਸ਼ਿਆਂ ਕੁਰੇਤਾਂ ਦਾ ਕਰੋ ਤਿਆਗ, ਫਿਰ ਸਤਿਗੁਰੂ ਜੀ ਕਿਰਪਾ ਕਰਨਗੇ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੇ ਸਾਹਿਬ ਸਿਓ ਮੇਲ। ਫੇਰਾ ਆਪਣੋ ਜਾਨਕ ਜੋ ਚੇਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।